ਪਹਿਲਾਂ ਇੱਥੇ ਫਾਰਮ ਵਰਕਰਾਂ ਨੂੰ ਯੂਨੀਅਨ ਬਣਾਉਣ ਦਾ ਹੱਕ ਨਹੀਂ ਸੀ। ਤੇ ਇਹੋ ਜਿਹੇ ਹਾਲ ਚੱਲਦੇ ਸੀਗੇ, ਲੁੱਟ ਖਸੁੱਟ ਬਹੁਤ ਹੋ ਰਹੀ ਸੀ। ਜਿਵੇਂ ਪਸ਼ੂਆਂ ਨੂੰ ਤਾੜਨ ਦੀ ਜਿਹੜੀ 12 ਵਾਲੀ ਸੀ, ਪਹਿਲਾਂ ਤਾਂ ਛੋਟੇ ਛੋਟੇ ਬੱਚੇ ਨਾਲ ਬੁੜੀਆਂ ਲੈ ਜਾਂਦੀਆਂ ਸੀਗੀਆਂ ਜੀ। ਉਹਨਾਂ ਨੂੰ ਖਤਰਾ ਸੀ ਬਹੁਤ ਜ਼ਿਆਦਾ, ਬੱਚਿਆਂ ਨੂੰ ਜੀ ਜ਼ਿਆਦਾ ਠੇਕੇਦਾਰਾਂ ਦੇ ਹੱਥ 'ਚ ਹੁੰਦਾ ਸੀ ਜੀ। ਉਹ ਫਾਰਮਰ ਤੋਂ ਪੈਸੇ ਲੈ ਲੈਂਦੇ ਚੰਗੇ ਜੀ। ਗਾਹਾਂ ਨਹੀਂ ਸੀ ਦਿੰਦੇ। ਉਹਨੇ ਕੋਸ਼ਿਸ਼ ਬਹੁਤ ਕੀਤੀ ਕ੍ਰਿਸਚਨ ਬਣਾਉਣ ਦੀ, ਮੈਂ ਉਹਨੂੰ ਸਿੱਖ ਬਣਾਉਣ ਦੀ ਕੋਸ਼ਿਸ਼ ਕਰਦਾ ਸੀ। ਕੈਨੇਡਾ ਦੇ ਪੰਜਾਬੀ ਭਾਈਚਾਰੇ ਨੂੰ ਉਦੋਂ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜਦੋਂ ਭਾਈਚਾਰੇ ਦੇ ਵਿੱਚ ਵੱਡਾ ਨਾਮ ਅਤੇ ਰਸੂਖ ਰੱਖਣ ਵਾਲੇ ਚਰਨਪਾਲ ਸਿੰਘ ਗਿੱਲ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ। ਚਰਨਪਾਲ ਸਿੰਘ ਗਿੱਲ ਦੇ ਦੇਹਾਂਤ ਦੀ ਖਬਰ ਸੁਣ ਕੇ ਭਾਈਚਾਰਾ ਡੂੰਘੇ ਸੋਗ ਦੇ ਵਿੱਚ ਡੁੱਬ ਗਿਆ। ਚਰਨਪਾਲ ਸਿੰਘ ਗਿੱਲ ਦੀ ਗਿਣਤੀ ਉਹਨਾਂ ਕੁਝ ਚੁਣਿੰਦਾ ਸ਼ਖਸੀਅਤਾਂ ਦੇ ਵਿੱਚ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ਤੇ ਪੰਜਾਬੀਆਂ ਦੀ ਜੜ ਲਾਉਣ ਦੇ ਲਈ ਵੱਡੀ ਘਾਲਣਾ ਘਾਲੀ। ਚਰਨ ਗਿੱਲ ਹੁਣਾਂ ਨੇ ਪਿਕਸ ਵਰਗੀ ਇੱਕ ਵੱਡੀ ਸੰਸਥਾ ਖੜੀ ਕੀਤੀ ਜੋ ਅੱਜ ਤੱਕ ਅਣਗਿਣਤ ਲੋਕਾਂ ਦੇ ਲਈ ਸਹਾਰਾ ਬਣ ਚੁੱਕੀ ਹੈ ਅਤੇ ਇਸ ਵੇਲੇ ਵੀ ਪ੍ਰਭਾਵਸ਼ਾਲੀ ਕੰਮ ਕਰ ਰਹੀ ਹੈ। ਚਰਨਪਾਲ ਸਿੰਘ ਗਿੱਲ ਕੁਝ ਉਹਨਾਂ ਲੋਕਾਂ ਦੇ ਵਿੱਚ ਸ਼ੁਮਾਰ ਸਨ ਜਿਨ੍ਹਾਂ ਨੇ 1980 ਦੇ ਵਿੱਚ ਫਾਰਮ ਵਰਕਰਾਂ ਲਈ ਹੋ ਰਹੀਆਂ ਵਧੀਕੀਆਂ ਨੂੰ ਰੋਕਣ ਦੇ ਲਈ ਕੈਨੇਡੀਅਨ ਫਾਰਮ ਵਰਕਰ ਯੂਨੀਅਨ ਦਾ ਗਠਨ ਕੀਤਾ। ਜਿਸ ਨੂੰ ਅੱਜ ਦੇ ਕਿਸਾਨ ਅੰਦੋਲਨ ਦੀ ਨਜ਼ਰ ਦੇ ਨਾਲ ਦੇਖਿਆ ਜਾ ਸਕਦਾ ਹੈ। ਚਰਨਪਾਲ ਸਿੰਘ ਗਿੱਲ ਵੱਲੋਂ ਆਪਣੀ ਜੀਵਨ ਯਾਤਰਾ ਦੀ ਕਹਾਣੀ ਕੁਝ ਸਮਾਂ ਪਹਿਲਾਂ ਹੀ ਟੀਵੀ ਪੰਜਾਬ ਦੇ ਨਾਲ ਸਾਂਝੀ ਕੀਤੀ ਗਈ ਸੀ, ਜੋ ਹੁਣ ਚਰਨਪਾਲ ਸਿੰਘ ਗਿੱਲ ਹੋਣਾ ਦੀ ਗੈਰ ਮੌਜੂਦਗੀ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨੀ ਪੈ ਰਹੀ ਹੈ। ਚਰਨਪਾਲ ਸਿੰਘ ਗਿੱਲ ਨੂੰ ਚਾਹਣ ਵਾਲੇ ਨਮ ਅੱਖਾਂ ਦੇ ਨਾਲ ਉਹਨਾਂ ਨੂੰ ਯਾਦ ਕਰ ਰਹੇ ਨੇ। ਅਦਾਰਾ ਟੀਵੀ ਪੰਜਾਬ ਚਰਨਪਾਲ ਸਿੰਘ ਗਿੱਲ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ। ਪੇਸ਼ ਹੈ ਚਰਨਪਾਲ ਸਿੰਘ ਗਿੱਲ ਹੋਰਾਂ ਦੀ ਜੀਵਨ ਯਾਤਰਾ ਦੇ ਕੁਝ ਖਾਸ ਅੰਸ਼ ਉਹਨਾਂ ਦੀ ਹੀ ਜ਼ੁਬਾਨੀ। ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਕੈਨੇਡਾ ਦੇ ਵਿੱਚ ਪੰਜਾਬੀਆਂ ਦਾ ਇਤਿਹਾਸ 100 ਸਾਲ ਤੋਂ ਵੀ ਵੱਧ ਪੁਰਾਣਾ ਹੈ ਔਰ ਇਹਦੇ ਵਿੱਚ ਬਹੁਤਾ ਸਮਾਂ ਜਿਹੜਾ ਪੰਜਾਬੀਆਂ ਦਾ ਸੰਘਰਸ਼ ਵਿੱਚ ਲੰਘਿਆ ਤੇ ਇਸੇ ਸੰਘਰਸ਼ ਦੇ ਇੱਕ ਪੰਨੇ ਦੀ ਅੱਜ ਆਪਾਂ ਗੱਲ ਕਰਾਂਗੇ, ਕਿਉਂਕਿ ਕੈਨੇਡਾ ਦੇ ਵਿੱਚ ਜਦੋਂ ਪਹਿਲ ਪੰਜਾਬੀ ਆਏ ਸੀ ਤਾਂ ਬਹੁਤ ਜ਼ਿਆਦਾ ਕੰਮ ਜਿਹੜਾ ਫਾਰਮਾਂ ਵਿੱਚ ਵੀ ਹੁੰਦਾ ਸੀ ਔਰ ਉੱਥੇ ਬਹੁਤ ਸਾਰੇ ਲੋਕਾਂ ਦੀ ਲੁੱਟ ਵੀ ਹੁੰਦੀ ਸੀ, ਉਹਨਾਂ ਦਾ ਸ਼ੋਸ਼ਣ ਹੁੰਦਾ ਸੀ, ਆਰਥਿਕ ਤੌਰ 'ਤੇ ਸਹੂਲਤਾਂ ਦੀ ਵੀ ਘਾਟ ਸੀ। ਔਰ 1980 ਦੇ ਵਿੱਚ ਇੱਕ ਫਾਰਮ ਵਰਕਰ ਯੂਨੀਅਨ ਵੀ ਬਣੀ ਸੀ ਜਿਹੜੇ ਨੇ ਇਸ ਹੱਕਾਂ ਲਈ ਕੰਮ ਕੀਤਾ ਕਿ ਜਿਹੜੇ ਉੱਥੇ ਲੋਕ ਕੰਮ ਕਰਦੇ ਨੇ ਉਹਨਾਂ ਦੇ ਵੀ ਕੁਝ ਹੱਕ ਬਣਦੇ ਨੇ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰਾਂਗੇ ਕਿ ਆਖਰਕਾਰ ਉਸ ਵਕਤ ਕਿਹੜੀਆਂ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਸੀ, ਕੰਮ ਦੇ ਪੈਸੇ ਕਿਵੇਂ ਨਹੀਂ ਸੀ ਮਿਲਦੇ ਅਤੇ ਕਿਸ ਤਰ੍ਹਾਂ ਜਿਹੜੀ ਸੀ ਉਹ ਕਾਮਿਆਂ ਦੀ ਲੁੱਟਮਾਰ ਹੁੰਦੀ ਸੀ। ਸੋ ਇਸ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਮੌਜੂਦ ਨੇ ਚਰਨਪਾਲ ਸਿੰਘ ਗਿੱਲ, ਜਿਨ੍ਹਾਂ ਨੇ ਪਿੱਛੇ 40 ਸਾਲਾਂ ਤੋਂ ਇਸੇ ਜਿਹੜਾ ਲਾਈਨ ਦੇ ਵਿੱਚ ਸੰਘਰਸ਼ ਕੀਤਾ ਹੈ। ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ, ਫਾਰਮ ਵਰਕਰ ਯੂਨੀਅਨ ਫਾਰਮ ਕੀਤੀ ਅਤੇ ਨਾਲ ਹੀ ਜਿਹੜਾ ਵਾ ਕਾਮਿਆਂ ਨੂੰ ਉਹਨਾਂ ਦੇ ਹੱਕ ਵੀ ਲੱਗ ਦਿੱਤੇ। ਉਹਨਾਂ ਤੋਂ ਅੱਜ ਅਸੀਂ ਜਾਣਾਂਗੇ ਕਿ ਉਸ ਵਕਤ ਜਿਹੜੀਆਂ ਮੁਸ਼ਕਲਾਂ ਕਿਹੜੀਆਂ ਸੀ ਕਾਮਿਆਂ ਨੂੰ। ਸੋ ਗਿੱਲ ਸਾਹਿਬ, ਪਹਿਲਾਂ ਤਾਂ ਬਹੁਤ ਸਵਾਗਤ ਹੈ ਤੁਹਾਡਾ ਟੀਵੀ ਪੰਜਾਬ 'ਤੇ ਅਤੇ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ। ਤੁਹਾਡਾ ਧੰਨਵਾਦ ਜੀ ਆਇਆਂ ਨੂੰ ਜੀ। ਅਤੇ ਤੁਹਾਡੇ ਵਿਊਅਰ ਨੂੰ, ਜਿਹੜੇ ਤੁਹਾਡੇ ਟੀਵੀ ਵਾਚਰ ਨੇ, ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਛਾ, ਜੇ ਆਪਾਂ 1980 ਦੇ ਪਿੱਛੇ ਚੱਲੀਏ, ਜਿਵੇਂ ਕਿ ਤੁਸੀਂ ਕਿਹਾ ਕਿ ਤੁਸੀਂ 1976 ਦੇ ਵਿੱਚ ਇਸ ਪਾਸੇ ਆ ਗਏ ਸੀਗੇ ਅਤੇ ਕੈਨੇਡਾ ਤੁਸੀਂ ਕਿਹੜੇ ਸਾਲ ਆਏ ਸੀ? ਮੈਂ 1967 ਦੇ ਵਿੱਚ ਕੈਨੇਡਾ ਆਇਆ ਜੀ। ਉਸ ਤੋਂ ਬਾਅਦ ਜਿਵੇਂ ਆਮ ਲੋਕ ਤੁਰੇ ਫਿਰਦੇ ਸੀਗੇ, ਸਾਡੇ ਲੋਕਾਂ ਨੂੰ ਜੋਬਾਂ ਨਹੀਂ ਸੀ ਮਿਲਦੀਆਂ ਜੀ। ਅਤੇ ਜੋਬਾਂ ਜਾਂ ਫਾਰਮਾਂ 'ਚ ਮਿਲਦੀਆਂ ਜਾਂ ਮਿਲ 'ਚ ਮਿਲਦੀ ਸੀ। ਜੀ। ਮੈਨੂੰ ਸਾਡੇ ਰਿਸ਼ਤੇਦਾਰ ਸੀਗੇ ਵਿਲੀਅਮ ਲੇਕ, ਉੱਥੇ ਭੇਜਤਾ ਜੀ। ਥੋੜ੍ਹਾ ਚਿਰ ਉੱਥੇ ਕੰਮ ਕੀਤਾ। ਜੀ। ਫਿਰ ਉੱਥੋਂ ਮਿਲਦਾ ਰਿਹਾ ਮੈਂ। ਉਹ ਇੱਕ ਪ੍ਰੀਸਟ ਆਉਂਦਾ ਮੇਰੇ ਕੋਲ,
ਜੀ ਮੈਂ ਤਾਂ ਅੰਗਰੇਜ਼ੀ ਸਿੱਖਣੀ ਸੀ ਆਪਦੀ, ਜੀ ਮੈਂ ਐਕਸੈਂਟ ਠੀਕ ਕਰਨਾ ਸੀਗਾ। ਹੂੰ ਉਹ ਮੈਨੂੰ ਬਣਾਉਂਦਾ ਸੀਗਾ ਕ੍ਰਿਸਚਨ। ਅੱਛਾ ਜੀ ਮੈਂ ਉਹ ਕਹਿੰਦਾ ਸੀ ਜੀਸਸ ਸੇਵ ਦ ਵਰਲਡ। ਮੈਂ ਕਿਹਾ ਸਾਡੇ ਪਾਸੇ ਜਿਹੜੇ ਹੈਗੇ ਨੇ ਸਾਡੇ ਗੁਰੂ ਸੇਵ ਦ ਪੰਜਾਬ ਐਂਡ ਇੰਡੀਆ। ਅੱਛਾ ਜੀ ਸੋ ਉਹ ਇੰਟਰੈਕਸ਼ਨ ਬਹੁਤ ਹੁੰਦਾ ਰਿਹਾ। ਅੱਛਾ ਜੀ ਉਹਨੇ ਕੋਸ਼ਿਸ਼ ਬਹੁਤ ਕੀਤੀ ਕ੍ਰਿਸਚਨ ਬਣਾਉਣ ਦੀ, ਮੈਂ ਉਹਨੂੰ ਸਿੱਖ ਬਣਾਉਣ ਦੀ ਕੋਸ਼ਿਸ਼ ਕਰਦਾ ਸੀ। ਅੱਛਾ ਜੀ ਅਤੇ ਉਸ ਤੋਂ ਬਾਅਦ ਉੱਥੇ ਇੱਕ ਕਾਨਫਰੰਸ ਹੋਈ ਅੱਛਾ ਜੀ ਫਾਸਟ ਪੇਰੈਂਟਸ ਦੀ। ਜੀ ਮੈਂ ਵੀ ਉੱਥੇ ਚਲਾ ਗਿਆ, ਉਹਨੂੰ ਮੈਨੂੰ ਨਾਲ ਲੈ ਗਏ। ਜੀ ਉੱਥੇ ਜਿਹੜਾ ਡਾਇਰੈਕਟਰ ਸੀ ਪ੍ਰਿੰਸ ਜਾਰਜ ਤੋਂ, ਉਹ ਆਇਆ ਸੀ ਸੋਸ਼ਲ ਵੈਲਫੇਅਰ ਦਾ। ਓਕੇ ਜੀ ਉਹ ਮੇਰੇ ਨਾਲ ਗੱਲ ਕਰਨ ਲੱਗਾ, ਤੂੰ ਕਿਵੇਂ ਹੈ, ਕਿੱਥੋਂ ਆਇਆ, ਕੀ ਗੱਲ ਹੋਈ। ਮੈਂ ਦੱਸਿਆ ਉਹਨੂੰ ਸਾਰੀ ਗੱਲ ਹੂੰ ਵੀ ਹਾਂਗਕਾਂਗ ਵੀ ਮੈਂ 5-6 ਸਾਲ ਰਿਹਾ। 5-6 ਸਾਲ ਤੋਂ ਬਾਅਦ ਮੈਂ ਸਾਊਥ ਚਾਈਨਾ ਮਾਰਨਿੰਗ ਪੋਸਟ ਵਿੱਚ ਕੰਮ ਕੀਤਾ ਪ੍ਰੂਫ ਰੀਡਰ ਦਾ, ਜੀ ਕਿਉਂਕਿ ਉਹਨਾਂ ਦਿਨਾਂ 'ਚ ਲਿਨੋਟਾਈਪਾਂ ਮਸ਼ੀਨਾਂ ਹੁੰਦੀਆਂ ਸੀਗੀਆਂ, ਕੰਪਿਊਟਰ ਨਹੀਂ ਸੀ ਹੁੰਦੇ। ਜੀ ਅਤੇ ਉਹ ਗਲਤੀਆਂ ਬਹੁਤ ਨੇ, ਕਈ ਵਾਰੀ ਉਹ ਖਬਰ ਦੇ ਵਿੱਚੋਂ ਲਾਈਨਾਂ ਛੱਡ ਜਾਂਦੇ ਸੀਗੇ। ਜੀ ਉਹ ਫਿਰ ਪ੍ਰੂਫ ਰੀਡਿੰਗ ਕਰਕੇ ਮੈਂ 5-6 ਸਾਲ ਉੱਥੇ ਗੁਜ਼ਾਰਾ ਕੀਤਾ। ਜੀ ਉਸ ਤੋਂ ਬਾਅਦ ਮੇਰੀ ਸਿਸਟਰ ਇੱਥੇ ਸੀ, ਮੈਂ 67 'ਚ ਇੱਥੇ ਆ ਗਿਆ। ਜੀ 67 ਜਦੋਂ ਇੱਥੇ ਆਇਆ ਤਾਂ ਪਹਿਲਾਂ ਤਾਂ ਮੇਰੀ ਪੱਗ ਲਹਾਈ ਉਹਨਾਂ ਨੇ, ਜੀ ਕਹਿੰਦੇ ਪੱਗ ਵਾਲੇ ਨੂੰ ਜੋਬ ਨਹੀਂ ਮਿਲਦੀ। ਉਹਨਾਂ ਦਿਨਾਂ 'ਚ ਰੇਸ਼ਮ ਦਾ ਬਹੁਤ ਚੱਕਰ ਸੀਗਾ ਅਤੇ ਸਾਨੂੰ ਸਾਰੇ ਅਨਪੜ੍ਹ ਹੀ ਸਮਝਦੇ ਸੀ ਪੱਗਾਂ ਵਾਲਿਆਂ ਨੂੰ। ਅੱਛਾ ਜੀ ਅਤੇ ਉਹ ਫਿਰ ਮੈਨੂੰ ਮੇਰੇ ਰਿਸ਼ਤੇਦਾਰਾਂ ਨੇ ਕਿਹਾ ਵੀ ਤੈਨੂੰ ਵਿਲੀਅਮ ਲੇਕ ਉੱਥੇ ਜਾ, ਉੱਥੇ ਮਿੱਲ 'ਚ ਕੰਮ ਕਰ ਲਾ। ਉਹ ਕੰਮ ਨਾ ਹੋਵੇ, ਕੰਮ ਭਾਰਾ ਸੀ ਫੱਟਿਆਂ ਦਾ, ਜੀ ਲੱਤਾਂ ਬਾਹਾਂ ਥੱਕ ਜਾਂਦੀਆਂ ਸੀਗੀਆਂ। ਉਹ ਮੈਨੂੰ ਇੱਕ ਦਿਨ ਕਹਿੰਦੇ ਆ ਤੈਨੂੰ ਮਿੱਲ ਦਿਖਾਈ ਉੱਪਰ ਚੜ੍ਹ ਕੇ। ਅੱਛਾ ਜੀ ਉਹ ਪੌੜੀਆਂ ਬਹੁਤ ਲੰਬੀਆਂ ਸੀ ਉੱਤੇ, ਜਿੱਥੇ ਮਿੱਲ ਸੀ ਵੱਡੀ ਸਾਰੀ। ਅੱਛਾ ਜੀ ਉਹ ਮੈਂ ਕਿਹਾ ਮੈਥੋਂ ਪੌੜੀਆਂ ਨਹੀਂ ਚੜ੍ਹ ਹੋਣੀਆਂ। ਹੂੰ ਉਹਨੂੰ ਇਹ ਨਹੀਂ ਪਤਾ ਵੀ ਮੈਂ ਹੁਣ ਥੱਕ ਗਿਆ। ਹੂੰ ਥੱਕ ਕੇ ਮੇਰੇ ਫੱਟੇ ਕਈ ਵਾਰੀ ਮੇਰੀ ਮਦਦ ਕਰਨ ਆ ਜਾਂਦੇ, ਫੱਟੇ ਮੇਰੇ ਗਾਹਾਂ ਲੰਘ ਜਾਂਦੇ ਸੀਗੇ, ਅੱਛਾ ਜੀ ਚੱਕੇ ਨਹੀਂ ਸੀ ਜਾਂਦੇ। ਖੈਰ ਉਸ ਤੋਂ ਬਾਅਦ ਮੈਂ ਇੱਕ ਮਿਲਦਾ ਮੁਲਦਾ ਰਿਹਾ ਲੋਕਾਂ ਨਾਲ। ਜੀ ਅਤੇ ਉਹ ਜਦੋਂ ਮੇਰੀ ਇੰਟਰਵਿਊ ਕੀਤੀ, ਕਹਿੰਦਾ ਤੇਰਾ ਕੀ ਇੰਟਰਸਟ ਸੀ। ਮੈਂ ਕਿਹਾ ਮੇਰਾ ਕਈ ਵਾਰੀ ਇੰਟਰਸਟ ਇਹ ਹੋਇਆ, ਜਿਹੜੇ ਬੱਚੇ ਨੇ ਕਈ ਵਾਰੀ ਚਾਈਨੀਜ਼ ਪੀਪਲ ਨਾ ਉਹ ਬੱਚੇ ਨੂੰ ਗੋਲ ਗੋਲ ਕਰਕੇ ਗਾਰਬੇਜ ਰੱਖ ਦਿੰਦੇ ਸੀ, ਉਹਨੂੰ ਕਹਿੰਦੇ ਵਿਸ਼ ਗੁੱਡ ਲੱਕ। ਮੈਂ ਕਿਹਾ ਮੈਨੂੰ ਬੜਾ ਇੰਟਰਸਟ ਸੀਗਾ ਵੀ ਮੈਂ ਉਹ ਦੇਖਣ ਗਿਆ ਸੀ ਬੱਚਿਆਂ ਨੂੰ ਰੱਖਦੇ ਕਿੱਥੇ ਨੇ, ਹੂੰ ਕੌਣ ਸਾਂਭਦਾ ਉਦੋਂ ਬਾਅਦ। ਕਹਿੰਦਾ ਤੂੰ ਚਿਲਡਰਨ ਦੇ ਵਿੱਚ ਇੰਟਰਸਟਡ ਆ। ਮੈਂ ਕਿਹਾ ਹਾਂ। ਕਹਿੰਦਾ ਓਕੇ। ਮੇਰੇ ਕੋਲ ਕਹਿੰਦਾ ਇੱਕ ਮੇਰੇ ਕੋਲ ਪ੍ਰਿੰਸ ਜਾਰਜ ਆ। ਹੂੰ ਮੈਂ ਪ੍ਰਿੰਸ ਜਾਰਜ ਉਹਦੇ ਕੋਲ ਗਿਆ, ਮੈਂ ਮਿਲ ਛੱਡਤੀ ਕੰਮ। ਹੂੰ ਛੱਡ ਕੇ ਜੋ ਪ੍ਰਿੰਸ ਜਾਰਜ ਗਿਆ ਤਾਂ ਉਹ ਮੈਨੂੰ ਕਹਿੰਦਾ ਯੂ ਆਰ ਕੁਆਲੀਫਾਈਡ, ਤੇਰੀ ਮਾਸਟਰ ਕੀਤੀ ਹੋਈ ਹੈ, ਇੱਥੇ ਵੀ ਤੈਨੂੰ ਇੰਗਲਿਸ਼ ਦੀ 4-5 ਤੇਰੀ ਠੀਕ ਹੈ, ਰੀਜ਼ਨੇਬਲੀ ਵੈਲ। ਮੈਂ ਤੈਨੂੰ ਸੋਸ਼ਲ ਵਰਕਰ ਦਾ ਹਾਇਰ ਕਰਦਾ, 1 ਮਹੀਨੇ ਦੀ ਟ੍ਰੇਨਿੰਗ ਦੇਣੀ ਹੈ ਵੈਨਕੂਵਰ। ਅੱਛਾ ਜੀ ਅਤੇ 1 ਮਹੀਨੇ ਟ੍ਰੇਨ ਦੇ ਕੇ ਮੈਨੂੰ ਕਹਿੰਦੇ ਪ੍ਰਿੰਸ ਰੂਪਰਡ ਇੱਥੋਂ 500 ਮੀਲ 1000 ਮੀਲ ਦੂਰ ਹੈ, ਜੀ ਤੂੰ ਉੱਥੇ ਜਾਵੇਂਗਾ। ਮੈਂ ਕਿਹਾ ਮੈਂ 10,000 ਮੀਲ ਤਾਂ ਇੱਧਰ ਆ ਗਿਆ, ਜੇ 1000 ਮੀਲ ਗਾਹਾਂ ਚਲਾ ਜਾਊਂ ਮੈਨੂੰ ਕੋਈ ਫਰਕ ਨਹੀਂ ਪੈਂਦਾ, ਜੀ ਮੈਂ ਜਾਊਂਗਾ। ਉੱਥੇ ਮੈਂ ਸੋਸ਼ਲ ਵਰਕਰ ਰਿਹਾ ਫਿਰ ਜੀ 4 ਸਾਲ, ਮੈਂ 5 ਸਾਲ ਉੱਥੇ ਰਿਹਾ। ਜੀ ਉਸ ਤੋਂ ਬਾਅਦ ਇੱਥੇ ਮੈਂ ਮੂਵ ਹੋਇਆ ਵੈਨਕੂਵਰ ਨੂੰ। ਜੀ ਜਦੋਂ ਵੈਨਕੂਵਰ ਨੂੰ ਮੂਵ ਹੋਇਆ ਤਾਂ ਆ ਜਿਹੜੇ ਮੇਰੇ ਬੰਦੇ ਸੀਗੇ ਖੱਬੀ ਸੋਚ ਵਾਲੇ, ਜੀ ਅਤੇ ਮੇਰੇ ਨਾਨਾ ਜੀ ਉਹ ਵੀ ਰਸ਼ੀਆ ਤੋਂ ਰਿਟਰਨ ਹੋ ਕੇ ਮੈਨੂੰ ਪ੍ਰੀਤ ਲੜੀ ਦੀਆਂ ਖੱਬੀ ਸੋਚ ਦੀਆਂ ਗੱਲਾਂ ਗੁੱਲਾਂ ਦੱਸਦੇ ਰਹਿੰਦੇ ਸੀ। ਅੱਛਾ ਜੀ ਇੱਥੇ ਮੈਂ ਉਹਨਾਂ ਨੂੰ ਮਿਲ ਗਿਆ, ਹਰੀ ਸ਼ਰਮਾ, ਚਿੰਨ ਬੈਨਰਜੀ, ਰਾਜ ਚੌਹਾਨ, ਹਰਿੰਦਰ ਮਹਾਲ, ਇਹਨਾਂ ਦੀ ਪਾਨਾ ਬਣਾਈ ਹੋਈ ਸੀ। ਅੱਛਾ ਜੀ ਉਹਨਾਂ ਨੂੰ ਮਿਲ ਕੇ ਉਹ ਕਹਿੰਦੇ ਵੀ ਆਪਾਂ ਇੱਥੇ ਕੋਈ ਕੰਮ ਕਰੀਏ। ਮੈਂ ਕਿਹਾ ਮੈਂ ਇੱਥੇ ਤਾਂ ਮੈਂ ਬਹੁਤ ਬਿਜ਼ੀ ਹਾਂ, ਜੀ ਅਤੇ ਉਦੋਂ ਮਸਾਂ ਜੋਬ ਮਿਲੀ ਹੈ ਵਧੀਆ ਸੋਸ਼ਲ ਵਰਕਰ ਦੀ। ਜੀ ਅਤੇ ਮੈਂ ਕਿਹਾ ਉਹ ਖਾਣ ਪੀਣ ਦਾ ਚੱਲਦਾ ਕੰਮ, ਅਤੇ ਮੈਂ ਤਾਂ ਮੌਜ ਕਰਦਾ, ਮੈਂ ਨਹੀਂ ਕਿਤੇ ਪਾਸੇ ਹੋਏ ਕੰਮ ਕਰਨਾ। ਅੱਛਾ ਉਹ ਕਹਿੰਦੇ ਨਹੀਂ ਖਾਣ ਪੀਣ ਵੀ ਕਰੀ ਜਾਓ ਨਾ, ਇਹ ਵੀ ਕੰਮ ਕਰੋ। ਅੱਛਾ ਜੀ ਉਹ ਹਰੀ ਸ਼ਰਮਾ ਮੇਰੇ ਮਗਰ ਪੈ ਗਿਆ, ਜੀ ਉਹਨੇ ਮੇਰਾ ਖਹਿੜੇ ਨਹੀਂ ਛੱਡਿਆ। ਅੱਛਾ ਜੀ ਅਤੇ ਉਹਨੇ ਮੈਨੂੰ ਫੋਟੋਆਂ ਵੀ ਦਿੱਤੀਆਂ ਆਪਦੀਆਂ, ਉਹ ਜੀ ਉੱਧਰ ਫੋਟੋ ਦਿੱਤੀ, ਉਹ ਫਾਰਮ ਵਰਕਰ 'ਚ ਲੈ ਕੇ ਆਇਆ, ਉਹ ਫੋਟੋ ਦਿੱਤੀ, ਇੰਡੀਆ ਤੋਂ ਲੈ ਕੇ ਆਇਆ ਸੀ ਉਹ। ਜੀ ਮੈਨੂੰ ਕਹਿੰਦਾ ਬਿਸਕਿਟ ਵੀ ਪੀਓ, ਕੰਮ ਵੀ ਕਰੋ। ਮੈਂ ਕਿਹਾ ਚੰਗਾ। ਉਦੋਂ ਬਾਅਦ ਫਿਰ 67 ਦੇ ਵਿੱਚ ਮੈਂ ਇਹਨਾਂ ਨਾਲ ਮਿਲ ਗਿਆ। 67 'ਚ ਫਾਰਮ ਵਰਕਰਾਂ ਦੀ ਕਮੇਟੀ ਬਣਾਈ ਹੈ ਅਸੀਂ, ਜੀ ਵੀ ਕਮੇਟੀ ਬਣਾ ਕੇ ਜਿਹੜੀ ਲੁੱਟ ਖਸੁੱਟ ਹੁੰਦੀ ਹੈ, ਕਈਆਂ ਨੂੰ ਪੈਸੇ ਨਹੀਂ ਮਿਲਦੇ, ਜੀ ਕਈਆਂ ਨੂੰ ਕਹਿੰਦਾ ਤੈਨੂੰ ਪੈਸੇ ਸਿਆਲਾਂ 'ਚ ਆਉਣਗੇ, ਜੀ ਅਨਪਲਾਇਮੈਂਟ ਇੰਸ਼ੋਰੈਂਸ ਦੇ ਪੈਸੇ ਦੇ ਦਿੰਦੇ ਸੀਗੇ। ਜੀ ਬਹੁਤ ਧੱਕਾ ਹੋ ਰਿਹਾ ਸੀ, ਪਾਣੀ ਨਹੀਂ ਸੀ ਪੀਣ ਨੂੰ ਮਿਲਦਾ ਉੱਥੇ।
ਹੱਥ ਧੋਣ ਨੂੰ ਸਾਫ਼ ਪਾਣੀ ਨਹੀਂ ਸੀਗਾ ਜੀ ਅਤੇ ਪੈਸਟੀਸਾਈਡ ਦੇ ਵਿੱਚ ਕਈ ਵਾਰੀ ਪੈਸਟੀਸਾਈਡ ਬੰਦੇ ਕੰਮ ਕਰਦੇ ਫਾਰਮਾਂ 'ਚ ਉੱਤੇ ਪਲੇਨ ਆ ਪੈਸਟੀਸਾਈਡ ਉਹਨਾਂ ਦੇ ਉੱਤੇ ਹੀ ਪਾ ਦਿੰਦੇ ਸੀ ਸਾਰੇ। ਅੱਛਾ, ਮਤਲਬ ਥੱਲੇ ਬੰਦੇ ਕੰਮ ਕਰ ਰਹੇ ਤੇ ਉੱਤੋਂ ਸਪਰੇਅ ਹੋ ਰਹੀ ਹੁੰਦੀ ਸੀ। ਸਪਰੇਅ ਹੋ ਰਹੀ ਸੀ। ਅੱਛਾ ਜੀ। ਫਿਰ ਅਸੀਂ ਬਹੁਤ ਰੌਲਾ ਪਾਇਆ ਵੀ ਇਹਨਾਂ ਨੂੰ ਕੈਂਸਰ ਹੋਊਗੀ, ਬੁਰੇ ਹਾਲ ਹੋ ਜਾਣਗੇ, ਵੀ 3 ਦਿਨ ਕੋਈ ਉੱਥੇ ਨਾ ਵੜੇ ਫਾਰਮ ਦੇ ਵਿੱਚ। ਜੀ। ਉਹ ਫਿਰ ਜੋ ਕੋਸ਼ਿਸ਼ ਕਰਨ ਲੱਗੇ, ਪਹਿਲਾਂ ਇੱਥੇ ਫਾਰਮ ਵਰਕਰਾਂ ਨੂੰ ਯੂਨੀਅਨ ਬਣਾਉਣ ਦਾ ਹੱਕ ਨਹੀਂ ਸੀ। ਅੱਛਾ ਜੀ। 72 ਦੇ ਵਿੱਚ ਜਦੋਂ NDP ਆਈ, ਡੇਵ ਬੈਰਟ ਨੇ ਫਾਰਮ ਵਰਕਰਾਂ ਨੂੰ ਹੱਕ ਦਿੱਤਾ ਜੀ। ਵੀ ਤੁਸੀਂ ਯੂਨੀਅਨ ਬਣਾ ਸਕਦੇ ਆ। ਜੀ। ਫਿਰ ਅਸੀਂ ਸ਼ੁਰੂ ਕੀਤਾ, ਉਦੋਂ ਬਾਅਦ ਇਹ ਕੰਮ ਮਾੜਾ ਮੋਟਾ ਸ਼ੁਰੂ ਕੀਤਾ ਜੀ। ਅਤੇ ਫਿਰ ਸਾਡਾ ਯੂਨੀਅਨ ਵਾਲੇ IWA ਅਤੇ ਆਪਣੀ ਜਿਹੜੀ ਵੱਡੀ ਯੂਨੀਅਨ ਸੀ ਇਹਨਾਂ ਦੀ CLC, ਉਹ ਸਾਰੇ ਕਹਿੰਦੇ ਵੀ ਤੁਹਾਨੂੰ ਅਸੀਂ ਥੋੜ੍ਹੀ ਸਬਸਿਡੀ ਦਿੰਦੇ ਹਾਂ, ਚਲਾਓ ਕੰਮ ਤੁਸੀਂ। ਜੀ। ਫਿਰ 78 ਦੇ ਵਿੱਚ ਆ ਕੇ ਅਸੀਂ ਸ਼ਹੀਦ ਸਵੇਜ ਨੂੰ ਸੱਦਿਆ। 79 'ਚ ਅਸੀਂ ਫਿਰ ਯੂਨੀਅਨ ਬਣਾਈ, ਜਿਹੜੀ ਟਾਈਮ ਟੂ ਰਾਈਜ਼ ਦੇਖੀ ਹੈ ਤੁਸੀਂ। ਜੀ। ਉਹ ਯੂਨੀਅਨ ਬਣਾ ਕੇ ਅਤੇ ਫਿਰ ਸਾਨੂੰ ਬੜੀ ਖੁਸ਼ੀ ਹੋਈ ਜੀ। ਵੀ ਹੁਣ ਯੂਨੀਅਨ ਬਣ ਗਈ। ਜੀ। ਸਾਡੇ ਪੋਜ਼ੀਟਿਵ ਸੋਚਦਾ ਸੀ ਵੀ ਸਾਡੇ ਲੋਕ ਨਾਲ ਰਲ ਜਾਣਗੇ। ਜੀ। ਲੋਕ ਰਲ ਗਏ ਸੀ ਨਾਲ ਬਹੁਤ ਜ਼ਿਆਦਾ। ਉਦੋਂ ਪਹਿਲਾਂ 500 1000 2000 ਇਕੱਠੇ ਹੋ ਜਾਂਦੇ ਸੀਗੇ। ਆਪਾਂ ਯੂਨੀਅਨ ਦੀ ਗੱਲ ਤੇ ਬਾਅਦ 'ਚ ਆਉਂਦੇ, ਪਹਿਲਾਂ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਮੈਂ ਉਹ ਦੇਖ ਰਿਹਾ ਸੀਗਾ ਕਿ ਪੁਰਾਣੀ ਫੁਟੇਜ ਜਿਹੜੀ ਸੀਗੀ ਉਹਦੇ ਵਿੱਚ ਆਪਣੀਆਂ ਪੁਰਾਣੀਆਂ ਬਜ਼ੁਰਗ ਬੀਬੀਆਂ ਵੀ ਕੰਮ ਕਰਦੀਆਂ ਸੀ, ਨਾਲ ਉਹਨਾਂ ਦੇ ਜਵਾਕ ਵੀ ਬੇਰੀ ਤੋੜਨ ਜਾਂਦੇ ਹੁੰਦੇ ਸੀ। ਉਹ ਕਹਿੰਦੇ ਕਿ ਸਾਨੂੰ ਪੈਸੇ ਨਹੀਂ ਮਿਲਦੇ ਜਾਂ ਫਿਰ ਬਹੁਤ ਘੱਟ ਪੈਸੇ ਮਿਲਦੇ ਆ। ਕੀ ਮਿਹਨਤਾਂ ਉਦੋਂ ਚੱਲਦਾ ਸੀ ਤੇ ਕੀ ਮਿਲਦਾ ਕੀ ਹੁੰਦਾ ਸੀ ਉਸ ਵਕਤ? ਉਹ ਮੇਨ ਆਪਣੇ ਜਿਹੜੇ ਬੰਦੇ ਸੀ ਪੀਸ ਵਰਕ ਕੰਮ ਕਰਦੇ ਸੀਗੇ। ਜੀ। ਬੇਰੀ ਤੋੜਦੇ ਸੀ, ਰਸਬੇਰੀ ਅਤੇ ਬਲੂਬੇਰੀ, ਜੀ। ਜਾਂ ਐਪਲ ਤੋੜਦੇ ਸੀ ਜਾਂ ਹੋਰ ਚੀਜ਼ਾਂ। ਉਹ ਉਹਨਾਂ ਸਾਰੇ ਪਾਸੇ ਕੋਈ ਇਹਨਾਂ ਦਾ ਫਾਰਮ ਵਰਕਰ ਨੂੰ ਐਜ਼ ਏ ਵਰਕਰ ਨਹੀਂ ਸੀ ਪੈਸੇ ਮਿਲਦੇ। ਜੀ। ਉਹਨੂੰ ਐਜ਼ ਏ ਜਿਹੜੀ ਉਹ ਜਿੰਨੇ ਕੁ ਤੋੜਦੇ ਸੀ ਉਨੇ ਕੁ ਪੈਸੇ ਦਿੰਦੇ ਸੀਗੇ। ਜੀ। ਉਹ ਕਈ ਵਾਰੀ ਉਹ ਵੀ ਨਹੀਂ ਸੀ ਪੈਸੇ ਦਿੰਦੇ। ਅੱਛਾ ਜੀ। ਕਈ ਵਾਰੀ ਕਹਿੰਦੇ ਗਾਲੇ ਸਾਲ ਤੈਨੂੰ ਪੈਸੇ ਮਿਲਣਗੇ। ਜੀ। ਅਤੇ ਉਹ ਚੈੱਕ ਦੇ ਦਿੰਦੇ ਸੀ, ਚੈੱਕ ਵਾਪਸ ਲੈ ਕੇ ਜਮ੍ਹਾਂ ਕਰਾਉਂਦੇ ਆਪਦੇ ਪੈਸੇ ਜੀ। ਕੈਸ਼। ਅਤੇ ਇਹੋ ਜਿਹੇ ਹਾਲ ਚੱਲਦੇ ਸੀਗੇ। ਲੁੱਟ ਖਸੁੱਟ ਬਹੁਤ ਹੋ ਰਹੀ ਸੀ। ਜੀ। ਕਈ ਤਾਂ ਜਿਹੜੇ ਲੇਬਰ ਕਾਂਟਰੈਕਟ ਸੀ ਫਿਰ ਪੈਦਾ ਹੋ ਗਏ। ਜੀ। ਕੋਈ 100 ਦੇ ਨੇੜੇ ਤੱਕ ਬੰਦੇ ਪਏ। ਕਿਸੇ ਨੇ ਵੈਨ ਲੈ ਲਈ, 10 ਬੰਦੇ ਚੱਕ ਲਏ। ਕਿਸੇ ਨੇ ਬੱਸਾਂ ਲੈ ਲਈਆਂ, ਜੀ। 50 ਬੰਦੇ ਚੱਕ ਲਏ। ਮਤਲਬ ਫਾਰਮਾਂ ਨੂੰ ਲੇਬਰ ਮੁਹੱਈਆ ਕਰਾਉਣ ਵਾਲੇ ਬੰਦੇ। ਲੇਬਰ ਮੁਹੱਈਆ ਕਰਾਉਣ ਲੱਗ। ਜੀ। ਉਹਨਾਂ 'ਚ ਕੋਈ ਸੀਟ ਨਹੀਂ ਸੀ ਹੁੰਦੀ। ਬੁਰੇ ਹਾਲ ਮੌਕੇ ਦਿਹਾੜੇ ਹੁੰਦੇ ਸੀਗੇ। ਜੀ। ਜਿਵੇਂ ਪਸ਼ੂਆਂ ਨੂੰ ਤਾੜ ਦਿੰਦੇ ਸੀ, ਜਿਹੜੀ 12 ਵਾਲੀ ਸੀ ਉਹਦੇ 18 ਜੀ। 20 ਬੰਦੇ ਬਾੜ ਦਿੰਦੇ ਸੀ। ਜੀ। ਅਤੇ ਕਈ ਐਕਸੀਡੈਂਟ ਹੋਏ, ਬੰਦੇ ਮਰੇ, ਬਹੁਤ ਬੁਰਾ ਹਾਲ ਹੋਇਆ। ਉਹ ਫਿਰ ਅਸੀਂ ਉਹ ਆਵਾਜ਼ ਉਠਾਉਣ ਲੱਗੇ IWA ਦੇ ਰਾਹੀਂ ਅਤੇ CLC ਦੇ ਰਾਹੀਂ, ਕੈਨੇਡੀਅਨ ਲੇਬਰ ਕਾਂਗਰਸ ਰਾਹੀਂ। ਜੀ। ਉਹ ਸਾਡਾ ਉਹਨਾਂ ਨੇ ਬਹੁਤ ਮਦਦ ਕੀਤੀ। ਸਾਨੂੰ ਥੋੜ੍ਹੇ ਪੈਸੇ ਵੀ ਦਿੱਤੇ ਜਿਹੜੇ ਬੰਦੇ ਕੰਮ ਕਰਦੇ ਸੀਗੇ। ਜੀ। ਮੈਂ ਤਾਂ ਕੰਮ ਨਹੀਂ ਸੀ ਕਰਦਾ ਉੱਥੇ, ਮੈਂ ਤਾਂ ਸੋਸ਼ਲ ਵਰਕਰ ਦਾ ਕੰਮ ਕਰਦਾ ਸੀ। ਜੀ। ਆਪਣੇ 3 ਜਾਣੇ ਕੰਮ ਕਰਦੇ ਸੀ, ਸਰਵਣ ਬੋਲ, ਰਾਜ ਚੌਹਾਨ ਅਤੇ ਜੂਡੀ ਕੈਬਨਾਗ। ਜੀ। ਉਹ ਜਿਹੜੀ ਹੈਗੀ ਸੀ ਸਾਡਾ, ਉਹਨੇ ਬਹੁਤ ਕੰਮ ਕੀਤਾ। ਇਹ 3 ਜਾਣੇ ਕੰਮ ਕਰਦੇ ਸੀਗੇ ਅਤੇ ਬਾਕੀ ਅਸੀਂ ਵਲੰਟੀਅਰ ਸੀ ਸਾਰੇ। ਅੱਛਾ ਜੀ। ਹਰਿੰਦਰ ਮਹਾਲ ਮੈਂ ਸੀਗਾ, ਹਰੀ ਸ਼ਰਮਾ, ਚਿੰਨ ਬੈਨਰਜੀ, ਇਹ ਸਾਰੇ ਵਲੰਟੀਅਰ ਸੀ। ਫਿਰ ਕਈ ਵਾਰੀ ਸਾਨੂੰ ਆਪਦੇ ਆਪ ਨੂੰ ਇੰਪਰੂਵਮੈਂਟ ਕਰਨੀ ਪਈ। ਜੀ। ਇੱਕ ਵਾਰੀ ਸਾਨੂੰ ਉਦੋਂ CKNW ਹੁੰਦਾ ਸੀਗਾ, ਪਹਿਲਾਂ ਇਹਦਾ ਜਿਹੜਾ ਸੀਗਾ ਹੁਣ ਵੱਡਾ ਹੈਗਾ CKNW, ਪਹਿਲਾਂ ਇੱਕ ਹੋਰ ਉਹਦਾ ਨਾਂ ਹੁੰਦਾ ਸੀਗਾ। ਜੀ। ਉੱਥੇ ਸਾਨੂੰ ਸੱਦਿਆ ਵੀ ਇੰਟਰਵਿਊ ਲਈ, ਵੀ ਤੁਸੀਂ ਫਾਰਮ ਵਰਕਰ ਯੂਨੀਅਨ ਬਣਾਉਣੇ ਆ, ਤੁਹਾਡੀ ਇੰਟਰਵਿਊ ਲੈਣੀ ਹੈ, ਵੀ ਤਾਂ ਦੱਸੋ। ਜੀ। ਅਸੀਂ ਉੱਥੇ ਗਏ, ਸਾਡੀ ਇੰਟਰਵਿਊ ਲੈਣ ਲੱਗੇ। ਆਪ ਜਿਹੜੀ ਇੰਗਲਿਸ਼ ਮੈਂ ਵੀ ਬੋਲੀ, ਰਾਜ ਚੌਹਾਨ ਵੀ ਬੋਲਿਆ। ਮੇਰੀ ਤਾਂ ਇੰਗਲਿਸ਼ ਮਾੜੀ ਮੋਟੀ ਸਮਝ ਆਉਂਦੀ, ਰਾਜ ਚੌਹਾਨ ਦੀ ਬਿਲਕੁਲ ਨਹੀਂ ਸੀ ਆਉਂਦੀ। ਜੀ। ਜਦੋਂ ਅਸੀਂ ਉਹ ਟੇਪ ਲਾ ਕੇ ਦੇਖੀ, ਸਾਨੂੰ ਆਪਦੀਆਂ ਗੱਲਾਂ ਸਮਝ ਨਾ ਆਉਣ। ਜੀ। ਅਤੇ ਮੈਨੂੰ ਅੱਧ ਵਿਚਾਰ ਸਮਝ ਆਉਣਾ ਵੀ ਇੰਨਾ ਕੁ ਬੋਲਦਾ। ਫਿਰ ਸਾਨੂੰ ਕਿਹਾ ਕਿਸੇ ਨੇ ਵੀ ਜੇ ਤੁਸੀਂ ਫਾਰਮ ਵਰਕਰਾਂ ਦੀ ਪ੍ਰਤੀਨਿਧਤਾ ਕਰਨੀ ਹੈ, ਅੰਗਰੇਜ਼ੀ ਬੋਲਣ ਸਿੱਖੋ। ਜੀ। ਫਿਰ ਅਸੀਂ UBC ਦੋਨੇ ਜਾਣੇ ਗਏ, ਅੰਗਰੇਜ਼ੀ ਬੋਲਣ ਸਿੱਖੀ, ਐਕਸੈਂਟ ਕੀਤਾ ਵੀ ਕਿਵੇਂ ਐਕਸੈਂਟ ਕਰਨਾ, ਕਿੱਥੇ ਕਿਵੇਂ ਕਰਨਾ। ਹੌਲੀ ਹੌਲੀ ਸਾਨੂੰ ਅੰਗਰੇਜ਼ੀ ਮਾੜੀ ਮੋਟੀ ਆਉਣ ਲੱਗ ਗਈ। ਜੀ। ਉੱਥੋਂ ਫਿਰ ਕੰਮ ਸ਼ੁਰੂ ਹੋ ਗਿਆ। ਜੀ।
ਤੇ ਫਿਰ 6 ਸਾਲ ਅਸੀਂ ਬੜਾ ਜ਼ੋਰ ਲਾਇਆ ਤੇ ਇੱਕ ਦੋ ਥਾਂ ਯੂਨੀਅਨ ਵੀ ਬਣਾਈ। ਫਿਰ ਯੂਨੀਅਨ ਦੇ ਵਿੱਚ ਜਿਹੜੇ ਦੂਜੇ ਬੰਦੇ ਸੀਗੇ ਉਹ ਆਪਦੇ ਰਿਸ਼ਤੇਦਾਰਾਂ ਨੂੰ ਬਾਂਟ ਕੇ ਯੂਨੀਅਨ ਤੋੜ ਦਿੰਦੇ ਸੀ। ਜੀ ਬੜੀ ਕਸ਼ਮਕਸ਼ ਹੋਈ ਤੇ ਇਸ ਤਰ੍ਹਾਂ ਹੀ ਕੰਮ ਚੱਲਦਾ ਰਿਹਾ। ਮਾੜੀ ਮੋਟੀਆਂ ਅਸੀਂ ਤਬਦੀਲੀਆਂ ਲਿਆਂਦੀਆਂ। ਜੋ ਯੂਨੀਅਨ ਬਣੀ ਬਈ ਫਰੈਸ਼ ਵਾਟਰ ਦਿਓ ਇਹਨਾਂ ਨੂੰ, ਜੀ ਉੱਥੇ ਟੋਇਲਟ ਰੱਖੋ, ਬਾਹਰ ਜਾ ਕੇ ਇੰਨਾ ਕੁ ਰੌਲਾ ਪਾਉਣ ਨਾਲ ਇੰਨਾ ਕੁ ਥੋੜ੍ਹੇ ਜਿਹੇ ਕੰਮ ਹੋਣ ਲੱਗ ਗਏ। ਬਈ ਜਿੱਥੇ ਡਿੱਚ ਹੁੰਦੀ ਹੈ ਜੀ ਉਹ 'ਚ ਨਾ ਇਹਨਾਂ ਨੂੰ ਹੱਥ ਧੋਣ ਦੇ, ਇਹਨਾਂ ਨੂੰ ਸਾਫ਼ ਪਾਣੀ ਦਿਓ। ਜੀ ਸਾਫ਼ ਪਾਣੀ ਨਾਲ ਇਹ ਹੱਥ ਧੋਣ ਅਤੇ ਸ਼ੇਡ ਵੀ ਹੋਵੇ ਮਾੜੀ ਮੋਟੀ ਜਿੱਥੇ ਰੋਟੀ ਖਾਣ। ਉੱਥੇ ਕਈ ਵਾਰੀ ਸ਼ੇਡ ਨਹੀਂ ਸੀ ਹੁੰਦੀ, ਧੁੱਪ ਇੰਨੀ ਸੀਗੀ, ਜੀ ਉਹ ਧੁੱਪੇ ਹੀ ਬਹਿ ਕੇ ਰੋਟੀ ਖਾਂਦੇ ਸੀਗੇ। ਜੀ ਇਹ ਕਈ ਗੱਲਾਂ ਦੀ ਬੜਾ ਜ਼ੋਰ ਲਾ ਕੇ ਅਸੀਂ ਨਵੀਆਂ ਚੀਜ਼ਾਂ ਲਿਆਂਦੀਆਂ। ਮਾੜੀ ਮੋਟੀ ਤਰੱਕੀ ਹੋਈ ਫਾਰਮ ਵਰਕਰਾਂ ਦੀ, ਪਰ ਫਿਰ ਵੀ ਜ਼ਿਆਦਾ ਕੰਮ ਨਹੀਂ ਹੋਇਆ। 6 ਸਾਲ ਬਾਅਦ ਜਦੋਂ ਨਾ ਕੋਈ ਸਦ ਯੂਨੀਅਨ ਬਣਾ ਸਕੇ ਅਤੇ ਜਿਹੜੇ ਬੰਦੇ ਚੰਗੇ ਸੀਗੇ ਉਹ ਤੁਰ ਕੇ ਹੋਰ ਨੌਕਰੀ ਕਰਨ ਲੱਗੇ। ਜਿਹੜੇ ਬੰਦਿਆਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਜਾਂ ਕਿਤੇ ਹੋਰ ਜੋਬ ਨਹੀਂ ਸੀ ਮਿਲਦਾ, ਉਹੀ ਰਹਿ ਗਏ। ਜੀ ਉਹ ਫਿਰ ਅੱਗੇ ਤਾਂ 20-22 ਹਜ਼ਾਰ ਹੁੰਦੇ ਸੀਗੇ ਜਦੋਂ ਨਵਾਂ ਕੰਮ ਚੱਲਿਆ। ਜੀ ਉਦੋਂ ਬਾਅਦ ਫਿਰ ਇਹਨਾਂ ਨੇ ਮਸ਼ੀਨਾਂ ਲਿਆਂਦੀਆਂ, ਜੀ ਬਲੂਬੈਰੀ ਮਸ਼ੀਨ, ਰਸਬੈਰੀ ਮਸ਼ੀਨ। ਉਹਦੇ ਨਾਲ ਹੁਣ 6-7 ਹਜ਼ਾਰ ਬੰਦਾ ਹੀ ਰਹਿ ਗਿਆ, 5-6 ਹਜ਼ਾਰ। ਜੀ ਜੀ ਅਜੇ ਵੀ ਜਿਹੜੇ ਛੋਟੇ ਫਾਰਮਰ ਨੇ ਜੀ ਉਹਨਾਂ ਕੋਲ ਮਸ਼ੀਨਾਂ ਨਹੀਂ ਹੈਗੀਆਂ। ਜੀ ਉੱਥੇ ਬੇਰੀ ਪਿਕ ਕਰਕੇ ਬੰਦੇ ਠੇਕੇਦਾਰ ਹੁਣ ਵੀ ਲੈ ਕੇ ਜਾਂਦੇ ਨੇ। ਜੀ ਅਤੇ ਹਾਲਾਤ ਬਹੁਤ ਮੰਦੇ ਸੀਗੇ। ਬੱਚਿਆਂ ਨੂੰ ਟੇਕ ਕੇਅਰ ਨਹੀਂ ਸੀਗਾ, ਬੱਚਿਆਂ ਨੂੰ ਪੈਸਟੀਸਾਈਡ ਦਾ ਖਤਰਾ ਸੀਗਾ। ਬੱਚਿਆਂ ਦਾ ਕੋਈ ਹੁੰਦਾ ਸੀ ਵੀ ਇੰਨੀ ਏਜ ਤੋਂ ਘੱਟ ਬੱਚਾ ਕੋਈ ਫਾਰਮ 'ਚ ਨਹੀਂ ਲਿਆ ਜਾ ਸਕਦਾ, ਜਾਂ ਫਿਰ ਨਾਲ ਨਹੀਂ ਫਿਰਦੇ ਸਾਰੇ? ਅੱਗੇ ਕੋਈ ਨਹੀਂ ਸੀ, ਪਿੱਛੋਂ ਕੀਤਾ ਸੀ ਜੀ ਵੀ 10-12 ਸਾਲ ਤੋਂ ਥੱਲੇ ਬੱਚਾ ਫਾਰਮ 'ਚ ਕੰਮ ਨਹੀਂ ਕਰ ਸਕਦਾ। ਜੀ ਪਿੱਛੋਂ ਅਸੀਂ ਰੌਲਾ ਪਾ ਕੇ ਕੀਤਾ। ਜੀ ਪਹਿਲਾਂ ਤਾਂ ਛੋਟੇ ਬੱਚੇ ਨਾਲ ਬੁੜੀਆਂ ਲੈ ਜਾਂਦੀਆਂ ਸੀਗੀਆਂ, ਜੀ ਉਹਨਾਂ ਨੂੰ ਖਤਰਾ ਸੀ ਬਹੁਤ ਜ਼ਿਆਦਾ। ਬੱਚਿਆਂ ਨੂੰ ਜੀ ਪੈਸਟੀਸਾਈਡ ਦਾ ਖਤਰਾ ਸੀਗਾ ਅਤੇ ਹੋਰ ਚੀਜ਼ਾਂ ਦਾ ਖਤਰਾ ਸੀ। ਜੀ ਕਈ ਵਾਰੀ 3 ਬੰਦੇ ਉਹ ਉੱਥੇ ਟਾਇਰ ਪਿਆ ਸੀ, ਇੱਕ ਡਿੱਚ ਸੀਗੀ, ਉਹ ਟਾਇਰ ਨਾਲ ਖੇਡਦੇ ਡਿੱਚ 'ਚ ਚਲੇ ਗਏ। 3 ਬੱਚੇ ਮਰੇ। ਅੱਛਾ ਜੀ। ਹਾਂ, ਉਹ ਚ ਡੁੱਬ ਕੇ ਪਾਣੀ 'ਚ? ਪਾਣੀ 'ਚ ਡੁੱਬ ਗਏ। ਜੀ ਉਹ ਡਿੱਚ ਡੂੰਘੀ ਸੀ, ਉਹ ਪਾਣੀ 'ਚ ਡੁੱਬ ਕੇ ਮਰ ਗਏ। ਜੀ ਇੱਕ ਬੱਚਾ ਫਾਰਮ ਦੇ ਵਿੱਚ ਸੀਗਾ। ਜੀ ਕਿਉਂ? ਫਾਰਮ ਦੇ ਵਿੱਚ ਜਿੱਥੇ ਰਹਿੰਦੇ ਸੀ ਉੱਥੇ ਕੋਈ ਪਾਣੀ ਪੂਣੀ ਹੈ ਨਹੀਂ ਸੀਗਾ, ਜੀ ਅਤੇ ਬੁੜੀਆਂ ਆਪਦੀਆਂ ਬਾਲਟੀਆਂ ਭਰ ਕੇ ਕੋਲੇ ਰੱਖ ਲੈਂਦੀਆਂ ਸੀਗੀਆਂ। ਜੀ ਉਹ ਬਾਲਟੀ ਭਰ ਕੇ ਬੁੜੀ ਨੇ ਇੱਕ ਨੇ ਕੋਲੇ ਰੱਖੀ ਅਤੇ ਆਪ ਬੇਰੀ ਚੁੱਕਣ ਚਲੀ ਗਈ। ਬੱਚਾ ਸੌਂ ਗਿਆ ਉੱਥੇ। ਜੀ ਜੋ ਬੱਚਾ ਕਿਤੇ ਉੱਠਿਆ ਪਿੱਛੋਂ, ਉਹ ਉੱਠਿਆ ਸਿਰ ਪਰਨੇ, ਉਹਦਾ ਸਿਰ ਬਾਲਟੀ 'ਚ ਲੱਗਿਆ, ਸਿਰ ਪਰਨੇ ਡਿੱਗਿਆ ਬਾਲਟੀ 'ਚ। ਜੀ ਉਹ ਡੁੱਬ ਕੇ ਬਾਲਟੀ 'ਚ ਹੀ ਮਰ ਗਿਆ। ਅੱਛਾ ਜੀ। 2 ਸਾਲ ਦਾ ਬੱਚਾ ਸੀਗਾ। ਉਦੋਂ ਬੜਾ ਰੌਲਾ ਪਿਆ ਫਿਰ ਜੀ ਬਈ ਬੱਚੇ ਨਹੀਂ ਲਿਜਾ ਸਕਦੇ। ਜੀ ਪਰ ਹੁਣ ਜਿਹੜੇ ਬੱਚੇ ਨਾ ਲਿਜਾਣ ਦੀ ਤਾਂ ਗੱਲ ਹੋ ਗਈ, ਜੀ ਪਰ ਡੇ ਕੇਅਰ ਕੋਈ ਨਹੀਂ ਸੀਗਾ। ਜੀ ਡੇ ਕੇਅਰ ਉਹਨਾਂ ਸੰਭਾਲਣੇ ਦੇ ਕਿੱਥੇ ਸੀ? ਬਜ਼ੁਰਗ ਹੀ ਕਰਦੇ ਸੀ। ਫਿਰ ਉਹਨਾਂ ਨੇ ਬਜ਼ੁਰਗ ਮੰਗਾ ਲਏ ਤੇ ਕਈਆਂ ਨੇ ਆਪਦੇ, ਉਹ ਬਜ਼ੁਰਗ ਡੇ ਕੇਅਰ ਕਰਨ ਲੱਗੇ। ਫਿਰ ਫਾਰਮ ਵਰਕਰ ਬਾਹਰ ਕੰਮ ਕਰਨ ਲੱਗ ਗਏ। ਜੀ ਅਤੇ ਇਹੋ ਜਿਹੀ ਹਾਲ ਹੋਈ। ਪਹਿਲਾਂ ਤਾਂ ਅਜੇ ਵੀ ਡੇ ਕੇਅਰ ਨਹੀਂ ਸੀਗਾ ਕੋਈ। ਅਜੇ ਵੀ ਬਜ਼ੁਰਗ ਆ ਜਿਹਨਾਂ ਨੂੰ ਡੇ ਕੇਅਰ ਦਾ ਕੋਈ ਪਤਾ ਹੀ ਨਹੀਂ ਕਿਵੇਂ ਕਰਨਾ, ਜੀ ਉਹ ਅਜੇ ਕਰਦੇ ਰਹੇ ਹੁਣ ਤਾਈਂ। ਜੀ ਅਤੇ ਹੁਣ ਥੋੜ੍ਹੇ ਜਿਹੇ ਹਾਲਾਤ ਬਦਲ ਗਏ ਨੇ। ਅੱਛਾ, ਜਿਹੜੀ ਇਹ ਆਪਣੇ ਕਾਮਿਆਂ ਨਾਲ ਲੁੱਟਮਾਰ ਹੁੰਦੀ ਸੀ, ਜਿਹੜੀ ਤਨਖਾਹ ਨਹੀਂ ਮਿਲਦੀ ਸੀ ਜਾਂ ਪੈਸੇ ਪੂਰੇ ਨਹੀਂ ਮਿਲਦੇ ਸੀ, ਜਦੋਂ ਮਿਲਦੇ ਸੀ ਉਹ ਵੀ ਘੱਟ ਮਿਲਦੇ ਸੀ, ਇਹਦੇ ਵਿੱਚ ਜਿਹੜੇ ਕੰਟਰੈਕਟਰ ਹੁੰਦੇ ਸੀ, ਠੇਕੇਦਾਰ ਹੁੰਦੇ ਸੀ, ਉਹਨਾਂ ਦਾ ਜ਼ਿਆਦਾ ਹੱਥ ਹੁੰਦਾ ਸੀ, ਜਾਂ ਜਿਹੜੇ ਫਾਰਮਰ ਮਾਲਕ ਹੁੰਦੇ ਸੀ ਉਹਨਾਂ ਦਾ ਜ਼ਿਆਦਾ ਹੱਥ ਹੁੰਦਾ ਸੀ? ਜ਼ਿਆਦਾ ਠੇਕੇਦਾਰਾਂ ਦੇ ਹੱਥ 'ਚ ਹੁੰਦਾ ਸੀ। ਜੀ ਉਹ ਫਾਰਮਰ ਤੋਂ ਪੈਸੇ ਲੈ ਲੈਂਦੇ ਚੰਗੇ, ਜੀ ਗਾਹਾਂ ਨਹੀਂ ਸੀ ਦਿੰਦੇ। ਅੱਛਾ ਜੀ। ਕਈ ਫਾਰਮਰ ਆਪਦੀਆਂ ਵੈਨਾਂ ਲੈ ਲਈਆਂ, ਉਹਨਾਂ ਨੇ ਆਪਦੀਆਂ ਬੱਸਾਂ ਲੈ ਲਈਆਂ, ਉਹਨਾਂ ਦਾ ਆਪਦਾ ਕੰਮ ਸੀਗਾ। ਜੀ ਅਤੇ ਠੇਕੇਦਾਰ ਤਾਂ ਉਹਨੂੰ ਫਾਰਮਰ ਤੋਂ ਪੈਸੇ ਲੈ ਕੇ ਗਾਹਾਂ ਦਿੰਦੇ ਨਹੀਂ ਸੀ ਕਈ ਵਾਰੀ। ਅੱਛਾ ਜੀ। ਹਾਂ, ਤੇ ਇਹ ਠੇਕੇਦਾਰ ਬਹੁਤੇ ਆਪਣੇ ਪੰਜਾਬੀ ਜਾਂ ਸਾਊਥ ਏਸ਼ੀਅਨ ਹੁੰਦੇ ਸੀ? ਸਾਰੇ ਪੰਜਾਬੀ ਸੀਗੇ। ਅੱਛਾ ਜੀ। ਪਹਿਲਾਂ ਗੋਰੇ ਹੁੰਦੇ ਸੀ ਸਾਰੇ ਫਾਰਮਰ, ਪੰਜਾਬੀ ਜਾਣ ਲੱਗੇ ਬੰਦਿਆਂ ਨੂੰ, ਉਹਨਾਂ ਨੂੰ ਹੌਲੀ ਹੌਲੀ ਇੰਨੇ ਪੈਸੇ ਬਣ ਗਏ ਜੀ, ਅਤੇ ਉਹਨਾਂ ਨੇ ਫਾਰਮ ਹੀ ਮੁੱਲ ਲੈ ਲਏ ਗੋਰਿਆਂ ਤੋਂ। ਅੱਛਾ ਜੀ। ਅਤੇ ਗੋਰੇ ਮਤਲਬ ਠੇਕੇਦਾਰੀ ਕਰ ਕਰਕੇ ਫਾਰਮਾਂ ਦੇ ਮਾਲਕ ਬਣ ਗਏ? ਫਾਰਮਾਂ ਦੇ ਮਾਲਕ ਸਾਰੇ ਠੇਕੇਦਾਰ ਸੀ ਜਿਹੜੇ ਫਾਰਮਾਂ ਦੇ ਮਾਲਕ ਨੇ ਹੁਣ। ਜੀ। ਪਹਿਲਾਂ ਠੇਕੇਦਾਰ ਹੁੰਦੇ ਸੀਗੇ। ਅੱਛਾ ਜੀ। ਕਈ ਉਦੋਂ ਬਾਅਦ ਫਿਰ ਮਿੱਲਾਂ ਦੇ ਵਿੱਚ ਮਿੱਲਾਂ ਖੜ੍ਹ ਗਈਆਂ। ਜੀ।
ਲੌਗਾਂ ਘਟ ਗਈਆਂ। ਜੀ ਕਈ ਮਿੱਲਾਂ ਦੇ ਵਿੱਚ ਪੈਸੇ ਮਿਲੇ ਉਹਨਾਂ ਨੂੰ 20 25 30 ਹਜ਼ਾਰ, ਜੀ ਉਹਨਾਂ ਨੇ ਫਾਰਮ ਲੈ ਲਿਆ ਕੇ ਜੀ ਡਾਊਨ ਪੇਮੈਂਟ ਦੇ ਕੇ। ਜੀ ਅਤੇ ਉਦੋਂ ਬਾਅਦ ਫਿਰ ਜਿਹੜੇ ਵਰਕਰ ਸੀ ਮਿਲ ਵਰਕਰ ਸੀ ਜੀ ਉਹ ਇੱਧਰ ਆ ਗਏ ਫਾਰਮਾਂ 'ਚ। ਜੀ ਉਹ ਵੀ ਕੁਛ ਬਹੁਤ ਸਾਰੇ ਉਹਨਾਂ ਨੇ ਜੀ ਫਾਰਮ ਲਏ ਨੇ। ਅੱਛਾ, ਯੂਨੀਅਨ ਜਦੋਂ ਬਣੀ ਆ ਇਹਦਾ ਸਭ ਤੋਂ ਵੱਧ ਵਿਰੋਧ ਜਿਹੜਾ, ਕਿਉਂਕਿ ਮੈਂ ਦੇਖਿਆ ਕਿ ਉਦੋਂ ਜਿਹੜੇ ਯੂਨੀਅਨ 'ਚ ਸ਼ੁਰੂ 'ਚ ਲੋਕ ਜੁੜੇ ਸੀ ਉਹਨਾਂ 'ਤੇ ਹਮਲੇ ਵੀ ਹੋਏ, ਉਹਨਾਂ ਦੀਆਂ ਕਾਰਾਂ ਭੰਨੀਆਂ ਗਈਆਂ, ਉਹਨਾਂ ਨੂੰ ਜਿਹੜੀਆਂ ਸੀ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਵੀ ਜਿਹੜੇ ਲੋਕ ਯੂਨੀਅਨ ਜੁਆਇਨ ਕਰਨਗੇ ਉਹਨਾਂ ਨੂੰ ਵੀ ਧਮਕੀਆਂ ਮਿਲੀਆਂ। ਇਹ ਧਮਕੀਆਂ ਕਿਹਨਾਂ ਲਾਉਂਦੀਆਂ ਸੀ? ਧਮਕੀਆਂ ਤਾਂ ਬਹੁਤ ਦਿੱਤੀਆਂ। ਸਾਨੂੰ ਕਹਿੰਦੇ ਸੀਗੇ ਵੀ ਜੇ ਤੁਸੀਂ ਸਾਡੇ ਖੱਤੇ ਅੰਦਰ ਵੜੇ ਆ ਤੁਹਾਡੇ ਲੱਤਾਂ ਤੋੜ ਦੇਵਾਂਗੇ ਅਸੀਂ। ਜੀ ਜਿਹੜਾ ਉਹ ਖੱਤੇ ਨੂੰ ਆਪਦਾ ਸਮਝਦੇ ਸੀ, ਵਰਕ ਪਲੇਸ ਨਹੀਂ ਸੀ ਸਮਝਦੇ। ਜੀ ਫਿਰ WC ਵਿੱਚ ਅਸੀਂ ਰੌਲਾ ਪਾਇਆ ਵੀ ਖੱਤੇ ਜਿਹੜੇ ਫਾਰਮ ਨੇ ਉਹ ਵਰਕ ਪਲੇਸ ਕਰਾਰ ਕਰ ਦਿਓ। ਜੀ ਉਹਨਾਂ ਨੇ WC ਨੇ ਵਰਕ ਪਲੇਸ ਕਰਾਰ ਕੀਤਾ। ਫਿਰ ਅਸੀਂ ਅੰਦਰ ਜਾਣ ਲੱਗੇ। ਜੀ ਅੰਦਰ ਜਾਣ ਲੱਗੇ, ਕਈ ਫਾਰਮਾਂ ਨੇ ਕੁੱਤੇ ਰੱਖੇ ਸੀ ਜੀ ਮਗਰ ਕੁੱਤੇ ਛੱਡ ਦਿੰਦੇ ਸੀਗੇ। ਅੱਛਾ ਜੀ ਇਹ ਕਈ ਫਾਰਮਾਂ ਨੇ ਗੰਦਾਂ ਵੀ ਕੱਢੀਆਂ। ਜੀ ਅਤੇ ਸਾਡੇ ਬਜ਼ੁਰਗ ਜਵਾਲਾ ਸਿੰਘ ਹੁੰਦਾ ਸੀ, ਮੈਂ ਅਤੇ ਹੋਰ 2-4 ਅਸੀਂ ਗਏ ਸੀ ਉੱਥੇ। ਜੀ ਉਹਨੇ ਗਨ ਕੱਢ ਕੇ ਡਰਾਇਆ ਵੀ ਤੁਸੀਂ ਅੰਦਰ ਨਹੀਂ ਆ ਸਕਦੇ। ਜੀ ਉਹ ਕਹਿੰਦਾ ਸਾਨੂੰ ਹੱਕ ਆ ਅੰਦਰ ਆਉਣ ਦਾ, ਅਸੀਂ ਫਾਰਮਾਂ ਨੂੰ ਲੀਵਰੇਟ ਦੇਣੇ ਆ। ਜੀ ਉਹਨੇ ਸਾਨੂੰ ਪਿੱਛੇ ਸਾਡੇ ਕਹਿੰਦਾ ਆ ਲੈ, ਉਹਨੇ ਗੋਲੀ ਰਫਲ ਸਿੱਧੀ ਕੀਤੀ। ਕਹਿੰਦਾ ਪਹਿਲਾਂ ਮੇਰੇ ਮਾਰ। ਜੀ ਉਹ ਮੂਹਰੇ ਖੜ ਗਏ ਸਾਡੇ ਸਾਰਿਆਂ ਦੇ। ਅੱਛਾ ਜੀ ਉਹ ਬਜ਼ੁਰਗ ਬਹੁਤ ਤਕੜਾ ਸੀ। ਜਵਾਲਾ ਸਿੰਘ ਹੋਣੀ? ਜਵਾਲਾ ਸਿੰਘ ਸੀਗਾ। ਜੀ ਅਤੇ ਉਹ ਫਿਰ ਚੁੱਪ ਕਰਕੇ ਅੰਦਰ ਰਫਲ ਆਪਦੇ ਅੰਦਰ ਰੱਖਿਆ ਹੈ। ਜੀ ਅਤੇ ਇਹੋ ਜਿਹੇ ਹਾਲ ਸਾਡੇ ਨਾਲ ਬਹੁਤ ਹੋਏ ਨੇ। ਜੀ ਅਤੇ ਧੱਕੇ ਵੀ ਹੋਏ ਨੇ, ਘਰੋਂ ਵੀ ਧਮਕੀਆਂ ਆਈਆਂ ਫੋਨਾਂ 'ਤੇ, ਜੀ ਇਹੋ ਜਿਹੇ ਕੰਮ। ਅਤੇ ਹੌਲੀ ਹੌਲੀ ਜੋ ਯੂਨੀਅਨ ਥੋੜ੍ਹੀ ਬਣ ਗਈ, ਜੀ IWG ਦੇ ਹੋਰ ਯੂਨੀਅਨ ਨਾਲ ਰਲ ਗਈਆਂ। ਜੀ ਜਿਹੜਾ ਅਸੀਂ ਸਟਰਾਈਕਾਂ ਵੀ ਕੀਤੀਆਂ। ਜੀ ਜਿਵੇਂ ਐਬਸਪੋਰਟ ਅਸੀਂ 80,000 ਦਾ ਚੈੱਕ ਲਿਆ ਸਟਰਾਈਕ ਕਰਕੇ। ਜੀ ਉਹ ਜਿਹੜੀ ਤੁਹਾਨੂੰ ਫੋਟੋ ਦਿਖਾਈ ਸੀ ਜੀ ਉਹ ਪਹਿਲੀ ਸਾਡੀ ਜਿੱਤ ਸੀਗੀ ਅੱਛਾ ਜੀ ਫਾਰਮ ਵਰਕਰਾਂ ਦੀ। ਯੂਨੀਅਨ ਦੀ ਪਹਿਲੀ ਜਿੱਤ ਹੋਈ ਜਦੋਂ ਅਸੀਂ, ਉਹ ਕਹਿੰਦੇ ਵੀ ਚੈੱਕ ਦਿੱਤਾ, ਅਸੀਂ ਕਿ ਨਹੀਂ ਸਰਟੀਫਾਈ ਕਰਕੇ ਲਿਆਓ ਸਾਨੂੰ। ਜੀ ਫਿਰ ਸਰਟੀਫਾਈ ਕਰਕੇ ਉਹ ਚੈੱਕ ਦਿੱਤਾ। ਫਿਰ ਅਸੀਂ ਸਾਰੇ ਯੂਨੀਅਨ ਨੂੰ ਪੈਸੇ ਵੰਡੇ ਉਹ। ਜੀ ਅਤੇ ਉਦੋਂ ਕਾਫੀ ਜਿਹੜੇ ਅਸੀਂ ਉਹਦੀ ਫੀਸ ਫਾਰਮ ਵਰਕਰਾਂ ਦੀ ਬਹੁਤ ਘੱਟ ਰਹੀ ਸੀ, $5 ਸਾਲ ਦੀ। ਕਈ ਵਾਰੀ ਜਿਹੜੇ ਫਾਰਮ ਵਰਕਰ ਸੀ ਜਿਹਨਾਂ ਨੂੰ ਪੈਸੇ ਨਹੀਂ ਸੀ ਮਿਲਦੇ ਯੂਨੀਅਨ ਕੋਲ ਆ ਜਾਂਦੇ ਸੀਗੇ। ਅੱਛਾ ਜੀ ਜਦੋਂ ਪੈਸੇ ਮਿਲ ਗਏ ਮੁੜ ਕੇ ਦਿਖਾਈ ਨਹੀਂ ਸੀ ਦਿੱਤੀ। ਅੱਛਾ ਜੀ ਇਹੋ ਜਿਹਾ ਕੰਮ ਹੋਇਆ। ਜੀ ਅਤੇ ਯੂਨੀਅਨ ਫਿਰ ਫਰਸਟ੍ਰੇਟ ਹੋ ਗਿਆ ਸੀ 5-6 ਸਾਲ ਬਾਅਦ ਜੀ ਵੀ ਜਦੋਂ ਇੱਕ ਬੰਦਾ ਉਦੋਂ ਹਾਰਟ ਅਟੈਕ ਹੋ ਕੇ ਫਾਰਮ 'ਚ ਮਰ ਗਿਆ। ਜੀ ਉੱਥੇ ਬੰਦਾ 100 ਕੰਮ ਕਰਦਾ ਸੀ। 100 ਬੰਦੇ ਨੂੰ ਜਿਹੜੇ ਸਾਡੇ ਫਾਰਮ ਵਰਕਰ ਸੀਗੇ ਉਹਨਾਂ ਨੇ ਕਿਹਾ ਵੀ ਤੁਸੀਂ ਆ ਕੇ ਟੈਸਟੀਫਾਈ ਕਰ ਸਕਦੇ ਹੋ। ਕਿ ਉਹਨਾਂ ਨੇ ਉਹ ਬੰਦੇ ਦੇ ਬਜਾਏ ਉਹਨੂੰ ਹਸਪਤਾਲ ਜਾਣ ਦੇ ਉਹਦੇ ਲੀੜੇ ਬਦਲ ਕੇ ਫਿਰ ਹਸਪਤਾਲ ਲੈ ਗਏ। ਉਧਰੋਂ ਉਹਨੂੰ ਹਾਰਟ ਅਟੈਕ ਹੋ ਗਿਆ। ਜੀ ਉਧਰੋਂ ਉੱਥੇ ਸੁਰਗਵਾਸ ਹੋ ਗਿਆ। ਜੀ ਅਤੇ ਉਹ ਕਹਿੰਦੇ ਤਾਂ ਫਾਰਮ 'ਚ ਕੰਮ ਨਹੀਂ ਸੀ ਕਰਦਾ। ਅੱਛਾ ਜੀ ਸਾਫ ਲੀੜੇ ਪਾ ਕੇ ਉੱਥੇ ਲੈ ਗਏ ਉਹਨੂੰ। ਅੱਛਾ ਜੀ ਮੰਨ ਲਓ। ਅਤੇ ਅਸੀਂ ਆਖਿਆ ਵੀ ਜਿਹੜੇ ਫਾਰਮ ਵਰਕਰ ਉੱਥੇ ਕੰਮ ਕਰਦੇ ਵੀ ਤੁਸੀਂ ਗਵਾਹੀ ਦੇ ਸਕਦੇ ਹੋ। 100 ਦੇ ਵਿੱਚੋਂ ਕੋਈ ਸਾਰੇ ਮੁੱਕਰ ਗਏ, ਕਿਸੇ ਨੇ ਗਵਾਹੀ ਨਹੀਂ ਦਿੱਤੀ। ਜੀ ਫਿਰ ਸਾਨੂੰ ਬੜਾ ਅਫਸੋਸ ਹੋਇਆ ਵੀ ਅਸੀਂ ਇਹਨਾਂ ਲਈ ਦਿਨ ਰਾਤ ਕੰਮ ਕਰਦੇ ਹਾਂ, ਇਹ ਸਾਡਾ ਖੜਦੇ ਹੀ ਨਹੀਂ ਹੈਗੇ। ਜੀ ਅਤੇ ਫਿਰ ਇੱਕ ਵਾਰੀ ਮੈਂ ਇੱਥੇ ਪੋਲੀਟਿਕਸ ਦੇ ਵਿੱਚ ਵੀ ਆਇਆ ਸੀ ਥੋੜ੍ਹਾ ਚਿਰ। ਮੈਂ 2-3 ਸਾਲ ਆਪਦੀਆਂ MLA ਦੀਆਂ ਇਲੈਕਸ਼ਨਾਂ ਵੀ ਲੜੀਆਂ। ਜੀ ਜਦੋਂ ਮੈਂ ਇਲੈਕਸ਼ਨ ਲੜੀਆਂ ਤਾਂ ਜਿਹੜੇ ਮੇਰੇ ਫਾਰਮ ਵਰਕਰਾਂ ਦੇ ਖਾਤੇ ਅਸੀਂ ਲੜਦੇ ਰਹੇ ਹਾਂ, ਜੀ ਉਹ ਫਾਰਮ ਵਰਕਰਾਂ ਠੇਕੇਦਾਰਾਂ ਨੇ ਫਾਰਮ ਵਰਕਰਾਂ ਦੀ ਮੈਂਬਰ ਬਣਾ ਕੇ NDP ਦੇ ਉਹਨੂੰ ਮੇਰੇ ਖਿਲਾਫ ਵੋਟਾਂ ਪਵਾ ਦਿੱਤੀਆਂ। ਅੱਛਾ ਜੀ ਮੈਨੂੰ ਕਾਮਯਾਬ ਨਹੀਂ ਹੋਣ ਦਿੱਤਾ। ਸਗੋਂ ਇੱਕ ਆਪਣੇ ਸੂ ਹੈਮਲ ਸੀ, ਉਹਨੂੰ ਖਾਲਿਸਤਾਨ ਦਾ ਮੈਨੂੰ ਕਹਿੰਦੇ ਨਾਅਰਾ ਲਾ। ਮੈਂ ਕਿਹਾ ਨਹੀਂ, ਮੈਂ ਨਹੀਂ ਲਾ ਸਕਦਾ। ਕਹਿੰਦੇ ਅਸੀਂ ਤੈਨੂੰ ਹਰਾਵਾਂਗੇ। ਫਿਰ ਉਦੋਂ ਖਾਲਿਸਤਾਨ ਦਾ ਬਹੁਤ ਜ਼ਿਆਦਾ ਜ਼ੋਰ ਸੀਗਾ, ਖਾਲਿਸਤਾਨੀ ਪੱਖੀ ਸੀਗੇ। ਅੱਛਾ ਜੀ ਮੈਂ ਕਿਹਾ ਵੀ ਮੈਂ ਤਾਂ ਨਾਅਰਾ ਨਹੀਂ ਲਾਉਣਾ, ਤੁਹਾਡੀ ਮਰਜ਼ੀ, ਮੈਨੂੰ ਹਰਾ ਦਿਓ। ਉਹਨਾਂ ਨੇ ਫਿਰ ਜਿਹੜੀ ਸੂ ਹੈਮਲ ਸੀ, ਗੋਰੀ ਸੀ ਇੱਕ, ਉਹ ਵੋਟਾਂ ਬਣਾ ਕੇ ਜਾਲੀ ਵੋਟਾਂ ਬਣਾਈਆਂ ਸਾਰੀਆਂ। ਜੀ ਵੋਟਾਂ ਇੱਧਰ ਉੱਧਰ ਬਣਾ ਕੇ ਧੱਕੇ ਨਾਲ ਉਹ ਜਿਤਾਈ। ਜਿਹੜੀ ਮੈਂਬਰਸ਼ਿਪ ਹੁੰਦੀ ਆ
NDP ਦੀ ਪਾਰਟੀ ਦੇ ਅੰਦਰੋਂ ਜਿਹੜੀ ਉਮੀਦਵਾਰੀ ਸੀਗੀ। ਅੰਦਰ 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 ਜਿਹੜੇ ਉਮੀਦਵਾਰ ਹੈ ਨਾ, ਜੀ ਜੀ ਗਲਤ ਫਲਤ ਬਣਾ ਕੇ ਉਹਨਾਂ ਨੇ ਜੀ। ਖਾਲਸਾ ਨੇ ਧੱਕੇ ਨਾਲ। ਜੀ ਹਾਂ, ਜਦੋਂ ਮੈਂ ਫਿਰ ਗੁੱਸੇ ਹੋ ਕੇ ਮੈਂ ਕਿਹਾ ਮੈਂ ਵਕੀਲ ਕਰਦਾ, ਮੈਂ ਇਹ ਗਲਤ ਹੋਈਆਂ ਨੇ ਗੱਲਾਂ, ਜੀ ਇੱਥੇ ਵੋਟਾਂ ਗਲਤ ਪਈਆਂ ਨੇ। ਫਿਰ NDP ਵਾਲੇ ਮੈਨੂੰ ਕਹਿੰਦੇ ਤੂੰ ਰਹਿਣ ਦੇ, ਕੋਈ ਨਾ, ਜੋ ਕੁਛ ਹੋ ਗਿਆ, NDP ਦੀ ਬੜੀ ਬੇਇੱਜ਼ਤੀ ਹੋ ਜੂਗੀ, ਕਿਉਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਗਲਤੀਆਂ ਹੋਈਆਂ ਨੇ, ਜੀ ਫੜੇ ਜਾਣਗੇ ਇਹ। ਜੀ ਅਤੇ ਫਿਰ ਮੈਂ ਕਿਹਾ ਚਲੋ ਠੀਕ ਹੈ, ਫਿਰ ਮੈਂ ਚੁੱਪ ਕਰ ਗਿਆ। ਜੀ ਫਿਰ ਮੈਂ ਨਾ ਉਹਨਾਂ ਦੀ ਅਪੀਲ ਨਹੀਂ ਕੀਤੀ ਕੋਰਟ ਦੇ ਵਿੱਚ। ਜੀ ਤੇ ਕੋਰਟ ਦੇ ਵਿੱਚ ਅਪੀਲ ਕਰਦਾ ਉਹ ਸਾਰੀ ਕੰਮ ਖਰਾਬ ਹੋ ਜਾਣਾ ਸੀ ਸਾਰਾ NDP ਦਾ। ਜੀ। ਅੱਛਾ, ਜਦੋਂ ਮੈਂ ਉਹ ਦੇਖ ਰਿਹਾ ਸੀ ਕਿ ਤੁਸੀਂ ਲੋਕਾਂ ਨੂੰ ਗੱਲ ਕਹਿੰਦੇ ਤੁਸੀਂ ਲੋਕ ਨਾਲ ਖੜਦੇ ਨਹੀਂ ਸੀ, ਲੋਕਾਂ ਨੂੰ ਜੋੜਨਾ ਵੀ ਬਹੁਤ ਔਖਾ ਹੋਣਾ, ਕਿਉਂਕਿ ਇੱਕ ਤਾਂ ਜਾਗਰੂਕਤਾ ਦੀ ਬਹੁਤ ਘਾਟ ਸੀ, ਅਵੇਅਰਨੈਸ ਹੈ ਨਹੀਂ ਸੀ। ਦੂਜਾ ਮੈਂ ਦੇਖ ਰਿਹਾ ਸੀ ਕਿ ਤੁਸੀਂ ਫਾਰਮਾਂ 'ਤੇ ਜਾ ਕੇ ਉੱਥੇ ਨਾਅਰੇ ਲਾਉਂਦੇ ਹੁੰਦੇ ਸੀ ਔਰ ਇਹ ਕਹਿੰਦੇ ਸੀ ਵੀ ਇੱਕ ਹੋ ਜਾਓ, ਸਾਡੇ ਨਾਲ ਜੁੜੋ, ਕਿ ਤੁਸੀਂ ਫਾਰਮਾਂ 'ਚ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰਦੇ ਸੀ ਵੀ ਸਾਡੇ ਨਾਲ ਜੁੜੋ, ਯੂਨੀਅਨ ਨਾਲ ਜੁੜੋ। ਘਰੋਂ ਵੀ ਜਾਂਦੇ ਸੀ ਅਸੀਂ, ਜੀ ਉਹਨਾਂ ਜਿਹਨਾਂ ਨੂੰ ਪਤਾ ਲੱਗਦਾ, ਜਿਹੜੇ ਚੰਗੇ ਵਰਕਰ ਸੀ ਸਾਨੂੰ ਦੱਸ ਦਿੰਦੇ ਸੀਗੇ। ਇੱਕ ਦੋ ਫਾਰਮਰ ਸੀਗੇ, ਇੱਕ ਦੋ ਠੇਕੇਦਾਰ ਸੀ ਖੱਬੀ ਸੋਚ ਵਾਲੇ, ਜੀ ਅਤੇ ਉਹ ਵੀ ਸਾਡੀ ਮਦਦ ਕਰਦੇ ਸੀ ਤੁਹਾਡੇ ਅੰਦਰੋਂ। ਜੀ ਅਤੇ ਉਹ ਜ਼ਿਆਦਾ ਨਹੀਂ ਸੀ, ਉਲਟਾ ਨਹੀਂ, ਖੁੱਲ੍ਹਾ ਨਹੀਂ ਮਦਦ ਕਰਦੇ ਸੀਗੇ, ਜੀ ਕਿਉਂਕਿ ਦੂਜੇ ਠੇਕੇਦਾਰ ਫਿਰ ਬਰਖਲਾਫ ਹੋ ਜਾਣਗੇ ਉਹਨਾਂ ਦੇ। ਜੀ ਅਤੇ ਬਹੁਤ ਮੁਸ਼ਕਲ ਸੀਗੀ ਯੂਨੀਅਨ ਬਣਾਉਣੀ। ਫਿਰ ਆਪਣੇ ਬੰਦੇ ਜਿਹੜੇ ਸੀ ਉਹ ਸੋਚਦੇ ਸੀ, ਅੱਜ ਦੀ ਸੋਚਦੇ ਆ ਵੀ ਅਸੀਂ ਤਾਂ ਅੱਜ ਹੀ ਪੈਸੇ ਕਮਾ ਲਈਏ, ਜੀ ਭਈ ਜਿਹੜਾ ਕਿਰਾਇਆ ਕਰੂਆ ਮੋੜ ਦਈਏ ਜਵਾਕਾਂ ਨੂੰ, ਜੀ ਜਵਾਕਾਂ ਦੇ ਭਾਰ ਨਾ ਪਾਈਏ। ਜੀ ਉਹ ਫਿਰ ਕਾਫੀ ਇਹ ਜੀ ਪ੍ਰੋਬਲਮਾਂ 'ਚ ਆਉਂਦੇ ਸੀ ਨਵੇਂ ਬੰਦੇ, ਜੀ ਕੋਈ ਪੈਸਾ ਨਹੀਂ ਸੀ। ਅਤੇ ਜੇ ਯੂਨੀਅਨ ਬਣਦੀ ਸੀ, ਯੂਨੀਅਨ ਰਾਈਟ ਅਵੇ ਤਾਂ ਉਹਨਾਂ ਨੂੰ ਬਣਾ ਨਹੀਂ ਸਕਦੀ ਪੈਸੇ, ਜੀ ਰਾਈਟ ਅਵੇ ਤਾਂ ਠੇਕੇਦਾਰੀ ਪੈਸੇ ਦਿੰਦੇ ਸੀਗੇ। ਸਾਡੇ ਕੋਲ ਤਾਂ ਠੇਕਾ ਹੀ ਨਹੀਂ ਸੀ ਕੋਈ, ਜੀ ਤੇ ਠੇਕਾ ਇੱਕ ਦੋ ਲਏ ਸੀਗੇ, ਇੱਕ ਦੋ ਕੋਸ਼ਿਸ਼ ਬਣਾਈ ਯੂਨੀਅਨ, ਜੀ ਇਹਨਾਂ ਨੇ ਰਿਸ਼ਤਾ ਲਿਆ ਕੇ ਆਪਦੇ ਬੰਦੇ ਪਾ ਕੇ ਉਹ ਯੂਨੀਅਨ ਤੋੜਤੀ। ਅੱਛਾ ਜੀ, ਠੇਕੇਦਾਰਾਂ ਨੇ। ਫਿਰ ਸਾਡਾ ਵੀ ਦਿਲ ਟੁੱਟ ਗਿਆ। ਜੀ 5-6 ਸਾਲ ਬਾਅਦ ਜਿਹੜੇ CLC ਦੇ ਪੈਸੇ ਆਉਂਦੇ ਸੀ ਉਹ ਵੀ ਖਤਮ ਹੋ ਗਏ, ਜੀ ਅਤੇ ਜਿਹੜੇ ਬੰਦੇ ਸੀ ਕੰਮ ਕਰਦੇ, ਕਦੇ UIC 'ਤੇ ਹੋ ਗਏ, ਕਿਤੇ ਕਿਵੇਂ ਹੋ ਗਏ, ਉਹ ਬਹੁਤ ਔਖੇ ਹੋ ਗਏ। ਫਿਰ ਅਸੀਂ ਸੋਚਿਆ ਵੀ ਹੁਣ ਕੀ ਕਰੀਏ। ਜੀ ਕਿਹਾ ਵੀ ਯੂਨੀਅਨ ਤਾਂ ਨਹੀਂ ਬਣਨੀ ਹੁਣ, ਜੀ ਵੀ ਆਪਾਂ ਐਡਵੋਕੇਸੀ ਕਰੋ, ਇਹਨਾਂ ਦੀ ਰੌਲਾ ਪਾਓ ਇਹਨਾਂ ਲਈ, ਜੀ ਹੋਰ ਕੁਛ ਨਹੀਂ ਕਰ ਸਕਦੇ। ਅਤੇ ਫਿਰ ਅਸੀਂ ਐਡਵੋਕੇਸੀ 'ਤੇ ਜ਼ੋਰ ਲਾਇਆ। ਉਦੋਂ ਬਾਅਦ ਫਿਰ 82 ਤੋਂ ਬਾਅਦ ਅਸੀਂ ਯੂਨੀਅਨ ਸ਼ਟਅਪ ਹੀ ਕਰਤੀ। ਯੂਨੀਅਨ ਵੀ ਆਪਾਂ ਤੋਂ ਲੋਕ ਖੜ੍ਹਦੇ ਨਹੀਂ ਸਾਡੇ ਨਾਲ, ਜੀ ਲੋਕ ਰਲਦੇ ਨਹੀਂ, ਲੰਬੀ ਨਹੀਂ ਸੋਚਦੇ, ਅੱਜ ਦੀ ਸੋਚਦੇ ਆ ਵੀ ਜਦੋਂ ਸਾਡੇ ਪੈਸੇ ਮਿਲ ਗਏ, ਇੱਧਰੋਂ ਮਿਲ ਗਏ, ਆਪਦਾ ਮਤਲਬ ਕੱਢ ਕੇ ਹੋਰ ਪਾਸੇ ਚਲੇ ਜਾਂਦੇ। 1980 ਦੇ ਵਿੱਚ ਬਣੀ ਸੀ ਪਹਿਲੀ ਵਾਰ ਯੂਨੀਅਨ? 78 ਦੇ ਵਿੱਚ, 79 ਦੇ ਵਿੱਚ। 79 ਦੇ ਵਿੱਚ। ਤੇ ਪਹਿਲੇ ਪ੍ਰਧਾਨ ਕੌਣ ਸੀ ਇਹਦੇ? ਰਾਜ ਚੌਹਾਨ ਸੀ ਪਹਿਲਾ ਪ੍ਰਧਾਨ। ਅੱਛਾ, ਤੇ ਮੰਨ ਲਓ 82 ਦੇ ਵਿੱਚ ਫਿਰ ਤੁਸੀਂ ਉਹਨੂੰ ਮੰਨ ਲਓ ਕਿ ਉਹਦਾ ਕੰਮ ਠੰਡਾ ਪੈ ਗਿਆ? ਕੰਮ 82 83 ਦੇ ਵਿੱਚ ਜਦੋਂ ਸਾਡੇ ਕੋਲ ਕੋਈ ਪੈਸਾ ਨਹੀਂ ਰਿਹਾ ਕਿਰਾਇਆ ਦੇਣ ਨੂੰ, ਜਿੱਥੇ ਮਕਾਨ ਸੀ, ਜਿੱਥੇ ਸਾਡਾ ਦਫ਼ਤਰ ਸੀ, ਉੱਥੇ ਕਿਰਾਇਆ ਵੀ ਨਹੀਂ ਸੀ ਦਿੱਤਾ ਜਾਂਦਾ। ਜੀ ਕੋਲ ਹੌਲੀ ਪੈਸੇ ਕੱਢ ਕੇ ਕਿਰਾਇਆ ਦਿੰਦੇ ਰਹੇ, ਪਰ ਤਨਖਾਹ ਦੇ ਨਹੀਂ ਸੀ ਸਕਦੇ। ਜੀ ਫਿਰ ਉਹਨੇ ਕਿਹਾ ਵੀ ਹੁਣ ਤੁਸੀਂ ਆਪੋ ਆਪਣਾ ਜੋਬਾਂ ਲੱਭੋ। ਜੀ ਫਿਰ ਸਾਰੇ ਸਰਵਣ ਬੋਲ, ਰਾਜ ਚੌਹਾਨ, ਹਰਿੰਦਰ ਮਾਲ, ਇਹ ਸਾਰਿਆਂ ਨੇ, ਜੂਡੀ ਨੇ, ਸਾਰੇ ਜੋਬਾਂ ਬਾਹਰ ਲੱਭ ਲਈਆਂ। ਜੀ ਫਿਰ ਅਸੀਂ ਉਹ ਜੋ ਜੋਬਾਂ ਲੱਭ ਲਈਆਂ, ਉੱਧਰੋਂ ਉਹ ਬਿਜ਼ੀ ਹੋ ਗਏ। ਮੈਂ ਸੈਕਟਰੀ ਟ੍ਰੇਜਰ ਸੀ। ਜੀ ਫਿਰ ਮੈਂ ਜਵਾਲਾ ਸਿੰਘ ਨੂੰ ਪ੍ਰਧਾਨ ਬਣਾ ਲਿਆ। ਅੱਛਾ ਜੀ। ਜਵਾਲਾ ਸਿੰਘ ਪ੍ਰਧਾਨ ਰਿਹਾ ਕਈ ਸਾਲ, ਅਤੇ ਮੈਂ ਕਰਦਾ ਰਿਹਾ, ਕਿਉਂਕਿ ਮੇਰੇ ਕੋਲ ਪਿਕਸ ਸੁਸਾਇਟੀ ਸੀਗੀ, ਜੀ ਉਹਦੇ ਬੰਦੇ ਸੀਗੇ, ਮੇਰੇ ਕੋਲ ਵਕੀਲ ਵੀ ਸੀਗੇ, ਜੀ ਵਕੀਲਾਂ ਰਾਹੀਂ ਕੇਸ ਵੀ ਲੜੇ ਅਸੀਂ, ਹੋਰ ਵੀ ਕੀਤਾ ਕੰਮ। ਜੀ ਅਤੇ ਉਸ ਤੋਂ ਬਾਅਦ ਸਾਰੇ ਆਪੋ ਆਪਣੀ ਥਾਂ ਚਲੇ ਗਏ। ਮੈਂ ਕਿਉਂਕਿ ਪਿਕਸ ਦੇ ਵਿੱਚ ਮੈਂ ਇਕੱਲਾ ਹੀ ਸੀਗਾ, ਮੇਰੇ ਕੋਲ ਸੀ ਫਾਰਮ ਵਰਕਾਂ ਦਾ ਇੱਕ ਪ੍ਰੋਜੈਕਟ ਵੀ ਮੈਂ ਲਿਆ ਸੀ WCB ਤੋਂ, ਜੀ ਅਤੇ ਉਹਦੇ ਰਾਹੀਂ ਮੈਂ ਪਿਕਸ ਰਾਹੀਂ ਕੰਮ ਕਰਦਾ ਰਿਹਾ ਫਾਰਮ ਵਰਕਾਂ ਦਾ ਬਹੁਤ ਜ਼ਿਆਦਾ। ਜੀ ਅਤੇ ਐਂਡ 'ਤੇ ਆ ਕੇ ਹੁਣ ਮੈਂ ਪਿਕਸ ਦੇ ਵਿੱਚ ਰਿਟਾਇਰ ਹੋ ਗਿਆ, ਜੀ ਅਤੇ ਉਹ ਮੈਂ ਸਾਰਾ ਕੰਮ ਖਤਮ ਹੋ ਗਿਆ। ਮੇਰੇ ਸਾਰਾ ਫਾਰਮ ਵਰਕਾਂ ਦੀ ਯੂਨੀਅਨ ਦੇ ਜਿਹੜੀਆਂ ਚੀਜ਼ਾਂ ਸੀ ਪੁਰਾਣੀਆਂ, ਜੀ ਉਹ ਮੈਂ ਚੱਕ ਕੇ ਸਾਰੀਆਂ ਸੈਵਨ ਫਰੇਜ਼ ਯੂਨੀਵਰਸਿਟੀ ਆਰਕਾਈਵਸ ਦੇ ਦਿੱਤੀਆਂ। ਜੀ ਪਿਛਲੀ ਵਾਰੀ ਹੁਣ
ਲਾਸਟ ਜਿਹੜਾ ਬੈਚ ਸੀਗਾ ਮੇਰੇ ਕੋਲੇ ਜੀ ਉਹ ਹੁਣ 4 ਦਿਨ 5 ਦਿਨ ਹੋ ਗਏ, ਉਹ ਲੈ ਕੇ ਗਏ ਨੇ। ਜੀ ਮੈਂ ਕਿਹਾ ਵੀ ਮੈਂ ਹੁਣ ਯੂਨੀਅਨ ਦਾ ਕੰਮ ਕਰਨਾ ਬੰਦ ਕਰਤਾ, ਜੀ ਐਡਵੋਕੇਸੀ ਕਰਾਂਗੇ ਥੋੜ੍ਹੀ ਕਣੀ, ਪਰ ਮੈਂ ਉਹ ਵੀ ਬੰਦ ਕਰ ਦੇਣੀ ਆ ਥੋੜ੍ਹੇ ਚਿਰ ਨੂੰ। ਜੀ ਜਦੋਂ ਬੰਦੇ ਇਕੱਠੇ ਹੋ ਗਏ ਅਸੀਂ ਕਈ ਬੰਦੇ, ਜੀ ਸਾਡੀ ਬੁੱਕ ਇੱਕ ਬੰਦਾ ਬੁੱਕ ਛਾਪ ਰਿਹਾ ਹੋਰ ਕੋਰਾ ਇੱਕ, ਜੀ ਉਹਨੇ ਬੁੱਕ ਲਿਆਉਣੀ ਸੀ। ਮੈਂ ਕਿਹਾ ਜਦੋਂ ਜਿਹਦੇ ਬੁੱਕ ਛਾਪੀ ਉਹ ਆਪਣੀ ਲਾਸਟ ਉਹਦੇ ਯੂਨੀਅਨ ਦਾ ਭੋਗ ਪਾ ਦਿਆਂਗੇ। ਜੀ ਉਹ ਬੁੱਕ ਉਹਨੇ ਅਜੇ ਪੂਰਾ ਆਪਦੀ PhD ਕਰ ਲਈ ਉਹਨੇ ਉਹ ਬੁੱਕ 'ਤੇ। ਜੀ ਉਹ ਅਜੇ ਉਹਦੇ ਸਾਫ ਸਫਾਈ ਕਰ ਰਿਹਾ ਉਹਦੀ। ਜੀ ਉਹ ਜੇ ਆ ਗਿਆ ਤਾਂ ਆਹ ਸਾਲ ਕਿਸੇ ਵੇਲੇ ਵੀ ਉਹ ਬੁੱਕ ਛਪ ਸਕਦੀ ਹੈ। ਜੀ ਉਹਨੂੰ ਸਾਰੀਆਂ ਚੀਜ਼ਾਂ ਉਹਦੇ ਕੋਲ ਨੇ। ਉਹ ਨਾਲ ਉਹ ਜਿਹੜਾ ਫੋਟੋਗ੍ਰਾਫਰ ਸੀ ਜੀ 80 ਤੋਂ ਬਾਅਦ ਨਾਲ ਰਿਹਾ ਉਹ। ਜੀ 80 ਤੋਂ ਪਹਿਲਾਂ ਦੀਆਂ ਫੋਟੋਆਂ ਨੇ ਉਹਨੂੰ ਮੈਂ ਦਿੱਤੀਆਂ ਨੇ ਇੱਥੋਂ ਜੀ ਘਰੋਂ ਆਪਦੇ। ਜੀ ਸੋ ਇਸ ਤਰ੍ਹਾਂ ਸੋ ਜਿਹੜੀ ਯੂਨੀਅਨ ਬਣੀ ਸੀਗੀ, ਸੋ ਉਦੋਂ ਤੋਂ ਲੈ ਕੇ ਹੁਣ ਤੱਕ ਕੀ ਤੁਸੀਂ ਕਰਨ ਕਾਮਯਾਬ ਰਹੇ, ਕੀ ਫਰਕ ਕੀ ਪਿਆ ਉਸ ਦੇ ਨਾਲ? ਇੱਕ ਤਾਂ ਰੈਕਗਨੀਸ਼ਨ ਹੋ ਗਈ ਫਾਰਮ ਵਰਕਰਾਂ ਦੀ ਜੀ ਵੀ ਫਾਰਮ ਵਰਕਰ ਨੇ। ਇੱਕ WC ਦਾ ਫਾਇਦਾ ਹੋ ਗਿਆ, ਜੇ ਕੋਈ ਸਰਟੀਫਿਕੇਟ ਲੱਗੇ WC ਵੀ ਲੈ ਸਕਦੇ ਆ ਫਾਰਮ ਵਰਕਰ। ਜੀ ਇੱਕ ਕੁਛ ਬੰਦਿਆਂ ਨੂੰ ਜਿੱਥੇ ਕੈਨਰੀਆਂ ਸੀਗੀਆਂ ਜਾਂ ਹੋਰ ਗ੍ਰੀਨ ਹਾਊਸ ਸੀ, ਜੀ ਉੱਥੇ ਮਿਨੀਮਮ ਵੇਜ ਮਿਲਣ ਲੱਗ ਗਿਆ। ਜੀ ਅਤੇ ਬਾਕੀ ਦੇ ਜਿਹਦੇ ਪੈਸੇ ਨਹੀਂ ਸੀ ਮਿਲਦੇ, ਅਸੀਂ ਯੂਨੀਅਨ ਰਾਹੀਂ ਪੈਸੇ ਦਵਾਉਂਦੇ ਹੁੰਦੇ ਸੀਗੇ। ਜੀ ਸਾਡੇ ਕੋਲ ਵਕੀਲ ਵੀ ਸੀਗੇ, ਫਰੀ ਕੰਮ ਕਰਦੇ ਸੀਗੇ। ਜੀ ਸੋ ਇਸ ਤਰ੍ਹਾਂ ਕੰਮ ਚੱਲਿਆ 5-6 ਸਾਲ। ਹੁਣ ਤਾਂ ਹੀ ਕੰਮ ਇਹੀ ਚੱਲਦਾ ਰਿਹਾ। ਜੀ ਹੁਣ ਤਾਂ 4-5 ਹਜ਼ਾਰ ਹੀ ਰਹਿ ਗਏ। ਜੀ ਉਸ ਤੋਂ ਬਾਅਦ ਜਦੋਂ ਵੱਡਾ ਐਕਸੀਡੈਂਟ ਹੋਇਆ ਫਰੀਵੇ 'ਤੇ, ਜੀ ਉੱਥੇ ਆਪਣੇ 3 ਮਾਵਾਂ ਸੁਰਗਵਾਸ ਹੋਈਆਂ ਉਹਦੇ ਐਕਸੀਡੈਂਟ ਦੇ ਵਿੱਚ। ਜੀ 3 ਅਤੇ ਬਾਕੀ ਦੇ ਜਿਹੜੇ 10-12 ਸੀਗੇ ਉਹਨਾਂ ਸੱਟਾਂ ਲੱਗੀਆਂ। ਇਹ ਉਹ ਕੰਮ ਤੋਂ ਕਦੋਂ ਦੀ ਗੱਲ ਹੈ ਇਹ? ਇਹ ਕੰਮ ਹੈਗੀ ਅੱਜ ਤੋਂ 8-10 ਸਾਲ ਦੀ ਗੱਲ ਹੈ। ਜੀ ਅਤੇ ਫਿਰ ਅਸੀਂ ਰੌਲਾ ਪਾਇਆ 2001-2 ਦੇ ਵਿੱਚ ਯੂਨੀਅਨ ਰਲ ਕੇ ਜੀ ਬਈ ਸੀਟ ਬੈਲਟ ਬਣਾਓ ਫਾਰਮ ਵਰਕਰਾਂ ਲਈ। ਜੀ ਸੀਟ ਬੈਲਟ ਦਾ ਲਾ 2003 ਜਾਂ 4 'ਚ ਇੱਥੇ ਜੇ ਮਿਲਿਆ, ਜੀ ਕਿਉਂਕਿ ਯੂਨੀਅਨ ਨੇ ਵੀ ਜ਼ੋਰ ਪਾਇਆ ਵੀ ਇਹ ਤਾਂ ਪਸ਼ੂ ਵਾਂਗੂ ਬਾੜ ਦਿੰਦੇ ਨੇ ਇਹਨਾਂ ਵਿੱਚ। ਜੀ ਵੀ ਹੁਣ ਜਿਹੜੇ 3 ਮਾਵਾਂ ਮਰੀਆਂ, ਜਿਹੜੇ ਬੰਦੇ 18 ਸੀ ਉਹਦੇ ਵਿੱਚ ਵੈਨ ਦੇ ਵਿੱਚ, ਜੀ ਉਹ ਜਿਹੜੀ ਕੁੜੀ ਵੈਨ ਚਲਾਉਂਦੀ ਸੀ ਉਹਦੇ ਕੋਲ ਲਾਇਸੈਂਸ ਵੀ ਨਹੀਂ ਸੀਗਾ ਜੀ ਇੰਨੇ ਬੰਦੇ ਲਿਜਾਣ ਲਈ। ਅਤੇ ਉਸ ਤੋਂ ਬਾਅਦ ਸੀਟਲਾ ਉਹ ਹੋਇਆ, ਪੈਸੇ ਵੀ ਲੋਕਾਂ ਨੂੰ ਮਿਲਣ ਲੱਗ ਗਏ ਜੀ ਅਤੇ ਜਿਹੜੇ ਠੇਕੇਦਾਰ ਉਹ ਵੀ ਰੈਕਗਨਾਈਜ਼ ਕਰਨ ਲੱਗੇ ਯੂਨੀਅਨ ਨੂੰ, ਜੀ ਡਰਨ ਲੱਗੇ ਥੋੜ੍ਹੇ ਘਣੇ ਵੀ ਇਹ ਰੌਲਾ ਪਾਉਣਗੇ, ਜੀ ਸਾਡੀ ਬੇਇੱਜ਼ਤੀ ਕਰਨਗੇ। ਜੀ ਕਿਉਂ ਸਾਨੂੰ ਮੀਡੀਆ ਬਹੁਤ ਮਿਲਣ ਲੱਗ ਗਿਆ। ਜੀ ਮੀਡੀਆ ਪੰਜਾਬੀ ਦਾ, ਦੂਜੀ ਹੂੰ ਗੋਰਿਆਂ ਦਾ ਮੀਡੀਆ 'ਤੇ ਚਲੇ ਜਾਂਦੇ ਸੀ ਅਸੀਂ। ਅੱਛਾ ਜੀ। ਅਤੇ ਇਸ ਕਰਕੇ ਕੰਮ ਚੱਲਦਾ ਰਿਹਾ। ਕੁਛ ਹੂੰ ਫਾਇਦਾ ਬਹੁਤ ਹੋਇਆ ਪਰ ਪੂਰਾ ਨਹੀਂ ਹੋਇਆ। ਜੀ ਅਜੇ ਵੀ ਮਿਨੀਮਮ ਵੇਜ ਨਹੀਂ ਮਿਲਿਆ ਸਾਰਿਆਂ ਨੂੰ। ਅਜੇ ਵੀ ਲੋਕ ਕੰਮ ਕਰਦੇ ਨੇ ਪੀਸ ਰੇਟ 'ਤੇ। ਜੀ ਅਤੇ ਫਾਰਮ ਵਰਕਰ ਨੂੰ ਜਿਹੜੇ ਪੀਸ ਰੇਟ 'ਤੇ ਕੰਮ ਕਰਦੇ ਨੇ ਵਰਕਰ, ਓਕਾ ਨਾਗਨ ਦੇ ਵਿੱਚ ਐਪਲ ਤੋੜ ਰਹੇ, ਉਹਨਾਂ ਤੋਂ ਜ਼ਿਆਦਾ ਪੈਸੇ ਬਣ ਜਾਂਦੇ ਨੇ। ਜੀ ਮਿਨੀਮਮ ਵੇਜ ਬਣ ਜਾਂਦਾ ਉਹਨਾਂ ਦਾ। ਜੀ ਜਿਹੜੇ ਇਹ ਬੰਦੇ ਨੇ ਇੱਥੇ ਕੰਮ ਕਰਦੇ ਨੇ ਲੋਅਰ ਮੇਨਲੈਂਡ ਦੇ ਵਿੱਚ, ਉਹ ਕਿਸੇ ਦਾ ਵੀ ਮਿਨੀਮਮ ਵੇਜ ਨਹੀਂ ਬਣਦਾ। ਜੀ ਉਹ ਬਾਲਟੀਆਂ ਭਰਦੇ ਨੇ। ਬਾਲਟੀਆਂ ਭਰਦੇ ਨੇ ਜੀ ਅਤੇ ਉਹਨਾਂ ਨੂੰ ਇੰਨਾ ਆਖਿਆ ਗਿਆ ਵੀ UIC ਮਿਲਣ ਲੱਗ ਗਈ ਸ਼ਹਿਰਾਂ 'ਚ। ਜੀ ਫਿਰ ਹੋਰ ਆਪਣੇ ਬੰਦਿਆਂ ਨੇ ਕੱਢਿਆ ਸੀ ਕੰਮ। ਬੁੜੀਆਂ ਘਰੇ ਬੈਠੀਆਂ ਨੇ, ਕੰਮ ਬਜ਼ੁਰਗ ਕਰਦੇ ਸੀ, ਉਹਨਾਂ ਨੂੰ ਕਿਉਂ UIC ਮਿਲ ਨਹੀਂ ਸੀ ਸਕਦੀ 70 ਸਾਲ ਤੋਂ ਉੱਪਰ। ਜੀ ਅਤੇ ਉਹਨਾਂ ਨੇ ਸਟੈਂਪਾਂ ਬਣਾਉਣੀਆਂ, ਜਿਹੜੀਆਂ UIC ਸਟੈਂਪਾਂ ਬਣਾਉਣੀਆਂ ਆਪਦੇ ਨੂੰਹ ਦੇ ਨਾਲ ਜਾਂ ਘਰ ਦੇ ਕਿਸੇ ਹੋਰ ਵਿਅਕਤੀ ਦੇ ਬਣਾ ਦੇਣੀਆਂ। ਜੀ ਉਹਨਾਂ ਨੂੰ ਫਿਰ UIC ਮਿਲਦੀ ਰਹੀ। ਜੀ ਇਹੋ ਜਿਹੇ ਵੀ ਫਰਾਡ ਹੋਏ ਨੇ। ਹੁਣ ਜਿਵੇਂ ਫਰਾਡ ਹੋਏ ਨੇ LMI 'ਚ ਫਰਾਡ ਹੋਏ ਨੇ, ਜੀ ਉੱਥੇ ਬਹੁਤ ਫਰਾਡ ਹੁੰਦੇ ਸੀਗੇ ਜੀ ਅਤੇ ਲੋਕ ਦੁਖੀ ਵੀ ਸੀਗੇ। ਅਤੇ ਕੁਛ ਸਾਹ ਹੋਇਆ ਕਿ ਪਾਣੀ ਮਿਲਣ ਲੱਗ ਗਿਆ। ਕਈ ਵਾਰੀ ਫਿਰ ਜੋ ਬੰਦਿਆਂ ਦੀ ਮਾੜੀ ਮੋਟੀ ਇੱਜ਼ਤ ਹੋਣ ਲੱਗ ਗਈ। ਅੱਗੇ ਤਾਂ ਕੋਈ ਪੁੱਛਦਾ ਹੀ ਨਹੀਂ ਸੀ ਫਾਰਮ ਵਰਕਰਾਂ ਨੂੰ। ਜੀ ਹੁਣ ਤਾਂ ਫਾਰਮ ਵਰਕਰ ਮਿਲਦੇ ਹੀ ਨਹੀਂ ਹੈਗੇ, ਬਹੁਤ ਘੱਟ ਮਿਲਦੇ ਨੇ। ਜੀ ਜਿਹੜੇ ਛੋਟੇ ਫਾਰਮਰ ਨੇ ਉਹ ਤਾਂ ਕੋਕ ਵਗੈਰਾ ਵੀ ਦਿੰਦੇ ਨੇ, ਹੱਥ ਧੋਂਦੇ ਨੇ, ਪਾਣੀ ਵੀ ਦਿੰਦੇ ਹਿਸਾਬ ਦੇ। ਹੁਣ ਜੀ ਉਹਨਾਂ ਨੂੰ ਅਟਰੈਕਟ ਕਰਨ ਲਈ ਜੀ
ਚੰਗੀਆਂ ਫੈਸਿਲਿਟੀਆਂ ਦੇ ਰਹੇ ਨੇ ਹੁਣ। ਜੀ, ਮਤਲਬ ਕਿ ਪਹਿਲਾਂ ਜਦੋਂ ਵੀ ਲੋਕ ਆਉਂਦੇ ਸੀ ਹੋਰ ਕੋਈ ਬਹੁਤੇ ਕੰਮ ਹੁੰਦੇ ਨਹੀਂ ਸੀ, ਨਾ ਅੰਗਰੇਜ਼ੀ ਆਉਂਦੀ ਸੀ, ਫਿਰ ਸਿੱਧੇ ਫਾਰਮਾਂ ਵੱਲ ਨੂੰ ਹੀ ਤੁਰ ਪੈਂਦੇ ਹੋਣੇ ਆ। ਉਹ ਤਾਂ ਗੁਰਦੁਆਰੇ ਫਾਰਮ ਵਰਕਰਾਂ ਦੇ ਜਿਹੜੇ ਠੇਕੇਦਾਰ ਸੀ, ਗੁਰਦੁਆਰਿਆਂ 'ਚ ਹੀ ਕੋਈ ਪ੍ਰਧਾਨ ਬਣ ਗਿਆ, ਕੋਈ ਗੁਰਦੁਆਰੇ 'ਚ ਮੈਂਬਰ ਕਮੇਟੀ ਬਣ ਗਿਆ, ਉਹ ਗੁਰਦੁਆਰਿਆਂ 'ਚੋਂ ਜਿਹੜੇ ਬੰਦੇ ਆਉਂਦੇ ਸੀ ਨਵੇਂ, ਉੱਥੇ ਹਾਇਰ ਕਰ ਲੈਂਦੇ ਸੀ ਜੀ, ਉੱਥੋਂ ਸਿੱਧੇ ਫਾਰਮਾਂ 'ਚ ਲੈ ਜਾਂਦੇ ਸੀਗੇ। ਜੀ, ਉਹਨਾਂ ਦਾ ਸੁਰਤ ਆਉਣੀ ਨਹੀਂ ਸੀ ਦਿੰਦੇ। ਜੀ, ਬੰਦਿਆਂ ਨੂੰ ਲੋੜ ਸੀ, ਬੰਦਿਆਂ ਦੀ ਲੋੜ ਸੀ। ਜੀ, ਹੁਣ ਤਾਂ ਮਸ਼ੀਨਾਂ ਆ ਗਈਆਂ ਨਾ, ਜੀ, ਅੱਗੇ ਮਸ਼ੀਨ ਹੈ ਨਹੀਂ ਸੀ ਕੋਈ। ਜੀ, ਜਿਹੜੇ ਕੋਈ ਵੱਡੇ ਫਾਰਮ ਨੇ ਜੇ 30-30 40-40 ਏਕੜ ਨੇ, ਉਹਨਾਂ ਨੂੰ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸੀਗੀਆਂ। ਅੱਛਾ, ਮੈਂ ਉਹ ਜਦੋਂ ਉਹ ਕੁਝ ਵੀਡੀਓਜ਼ ਦੇਖ ਰਿਹਾ ਸੀ ਉਸ ਦੌਰ ਦੀਆਂ, ਜਿਹੜੀਆਂ ਮੈਨੂੰ ਲੱਗਦਾ ਯੂਨੀਅਨ ਵੱਲੋਂ ਬਣਾਈਆਂ ਹੋਈਆਂ, ਕਈ ਵਾਰੀ ਕਈ ਔਰਤਾਂ 'ਚ ਬੜਾ ਉਤਸ਼ਾਹ ਹੁੰਦਾ ਸੀ, ਯੂਨੀਅਨ ਦੇ ਨਾਅਰੇ ਲੱਗਦੇ ਹੁੰਦੇ ਸੀ, ਉਹ ਕੰਮ ਛੱਡ ਕੇ ਯੂਨੀਅਨ ਨਾਲ ਤੁਰੇ ਆਉਂਦੇ ਸੀ। ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਉਦੋਂ? ਕੋਈ ਥੋੜ੍ਹੀਆਂ ਸੀਗੀਆਂ, ਥੋੜ੍ਹੀਆਂ ਔਰਤਾਂ ਸੀਗੀਆਂ, ਥੋੜ੍ਹੇ ਬੰਦੇ ਸੀ। ਜਦੋਂ ਅਸੀਂ ਬਾਹਰ ਕੱਢ ਲੈਂਦੇ ਸੀ ਉਹਨਾਂ ਨੂੰ, ਜੀ, ਆ ਜਾਂਦੇ ਸੀ ਬਾਹਰ, ਜੀ, ਅਤੇ ਉਹ ਫਿਰ ਡਰਨੋਂ ਹਟ ਗਏ ਥੋੜ੍ਹੇ ਜਿਹੇ। ਕਿਉਂ? ਜੇ ਠੇਕੇਦਾਰ ਨੂੰ ਫਾਇਰ ਕਰਦਾ ਸੀ, ਫਿਰ ਜਾ ਕੇ ਪਿਕਟ ਲਾ ਦਿੰਦੇ ਸੀ ਅਸੀਂ ਉੱਥੇ। ਜੀ, ਉਹ ਪਿਕਟ ਤੋਂ ਡਰਦੇ ਸੀ, ਫਿਰ ਵੀ ਪਿਕਟ ਲਾ ਦੇਣਗੇ, ਯੂਨੀਅਨ ਆ ਕੇ ਹੋਰਾਂ ਬੰਦਿਆਂ ਦੀ ਪਿਕਟਾਂ ਲਾਉਣਗੇ। ਜੀ, ਅਤੇ ਇੱਥੇ ਡਰਾਈਡਗਰ ਹੁੰਦਾ ਸੀਗਾ, ਲੈਂਗਲੀ ਦਾ ਮੇਅਰ, ਜੀ, ਉਹਦੇ ਕੋਲ ਬਹੁਤ ਵੱਡਾ ਫਾਰਮ ਸੀ, ਜੀ, ਉੱਥੇ ਵੀ ਅਸੀਂ ਪਿਕਟ ਲਾਈ ਉਹਦੇ ਜਾ ਕੇ। ਜੀ, ਉੱਥੇ ਜਿਹੜੇ ਖੱਬੇ ਹੱਕ ਦਾ ਇੱਕ ਸੀਗਾ ਆਪਣਾ ਭਾਈ ਬਿਰਕ, ਉਹਦੇ ਪੁੱਛਣ ਲੱਗੇ ਵੀ ਜਾਈਏ ਅਸੀਂ ਵੀ ਯੂਨੀਅਨ ਵਾਲੇ ਬਾਹਰ ਖੜ੍ਹੇ ਨੇ। ਉਹ ਕਹਿੰਦਾ ਚਲੇ ਜਾਓ। ਉਹ ਸਾਰੇ ਬੰਦੇ ਬਾਹਰ ਆ ਗਏ ਸੀਗੇ ਜੀ, ਡਰਾਈਵਰ ਤੋਂ। ਅਤੇ ਐਨੀਵੇਜ਼ ਬਹੁਤ ਕਸਰਤ ਕੀਤੀ, ਬਹੁਤ ਦਿਨ ਰਾਤ ਕੰਮ ਕੀਤਾ, ਜੀ, ਪਰ ਹਾਰ ਕੇ ਲੋਕਾਂ ਨੇ, ਜਿਹੜੇ ਫਾਰਮ ਵਰਕਰ ਸੀ, ਉਹਨਾਂ ਦਾ ਸਾਥ ਨਹੀਂ ਮਿਲਿਆ। ਜੀ, ਉਹ ਤਾਂ ਆਪਦਾ ਹੁਣੇ ਹੀ ਭਾਲਦੇ ਸੀ ਪੈਸੇ ਬਣਨ। ਜੀ, ਅਤੇ ਜਿਹੜੀ 2 ਸਾਲ ਨੂੰ ਯੂਨੀਅਨ ਜੋ ਬਣੀ, ਕਦੇ ਯੂਨੀਅਨ ਨੂੰ ਠੇਕਾ ਮਿਲੇ ਨਾ ਮਿਲੇ, ਜੀ, ਅਸੀਂ ਕੰਪੀਟ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਜੀ, ਪਰ ਜਿਹੜੇ ਠੇਕੇਦਾਰ ਸੀਗੇ ਉਹ ਚੰਗੀ ਬੇਰੀ 'ਤੇ ਆਪਦੇ ਬੰਦੇ ਲਾਉਂਦੇ ਸੀ। ਜੀ, ਯੂਨੀਅਨ ਵਾਲਿਆਂ ਨੂੰ ਕਹਿੰਦੇ ਉੱਧਰ ਚਲੇ ਜਾਓ ਦੂਜੇ ਪਾਸੇ। ਅੱਛਾ ਜੀ, ਕਿਉਂਕਿ ਪੀਸ ਵਰਕ ਹੁੰਦਾ ਸੀ, ਫਿਰ ਉੱਥੋਂ ਘੱਟ ਪੈਸੇ ਬਣਦੇ ਸੀ। ਹਾਂ। ਜੀ, ਫਿਰ ਸਾਥੋਂ ਯੂਨੀਅਨ ਵੀ ਅਸੀਂ ਕਿਹਾ ਵੀ ਨਹੀਂ, ਇਹ ਵੀ ਨਹੀਂ ਕੰਮ ਹੋ ਸਕਦਾ ਸਾਨੂੰ। ਜੀ, ਅਸੀਂ ਆਪਦੀ ਠੇਕੇ ਲੈ ਕੇ ਲੋਕਾਂ ਨੂੰ ਸਹੀ ਪੈਸੇ ਦਿੰਦੇ ਹਾਂ, ਜੀ, ਅਤੇ ਇਹ ਘੱਟ ਪੈਸੇ ਦਿੰਦੇ ਨੇ। ਜੀ, ਅਤੇ ਫਿਰ ਸਾਨੂੰ ਆਪ ਠੇਕੇ ਲੈ ਕੇ ਉਹ ਜਿਹੜੀ ਚੰਗੀ ਬੇਰੀ ਆ ਉੱਥੇ ਆਪ ਤੋੜ ਲੈਂਦੇ ਨੇ, ਜੀ, ਜਿਹੜੇ ਯੂਨੀਅਨ ਵਾਲਿਆਂ ਨੂੰ ਪਾਸੇ ਤੋੜ ਦਿੰਦੇ ਨੇ। ਜੀ, ਤਾਂ ਸਾਨੂੰ ਉਹਦਾ ਫਿਰ ਸਾਥ ਨਹੀਂ ਮਿਲਿਆ। ਜੀ, ਫਿਰ ਅਸੀਂ ਸੋਚਿਆ ਵੀ ਅਸੀਂ ਯੂਨੀਅਨ ਇਹ ਵੀ ਨਹੀਂ ਕਰ ਸਕਦੇ। ਜੀ, ਕਾਫੀ ਤਰੀਕੇ ਵਰਤੇ, ਪਰ ਕੋਈ ਲੋਟ ਨਹੀਂ ਆਇਆ, ਜੀ, ਕਿਉਂਕਿ ਜਿਹੜੇ ਲੋਕ ਉਹ ਨਾਲ ਆਪਦਾ ਕੰਮ ਕਰਨ ਲਈ, ਕੱਢਣ ਲਈ, ਪੈਸੇ ਕੱਢਣ ਲਈ ਤਾਂ ਰਲ ਜਾਂਦੇ ਸੀਗੇ। ਜੀ, ਜਦੋਂ ਬਾਹਰ ਹੋਰ ਕੋਈ ਕੰਮ ਹੁੰਦਾ ਸੀਗਾ, ਫਿਰ ਨਹੀਂ ਸੀ ਆਉਂਦਾ ਕੋਈ। ਇਹਦਾ ਕਾਰਨ ਕੀ ਸੀ ਵੀ ਕਿਉਂ ਨਹੀਂ ਸੀ ਤੁਰਦੇ? ਕਿਉਂਕਿ ਯੂਨੀਅਨ ਕਰਦੀ ਤਾਂ ਉਹਨਾਂ ਦੇ ਹੱਕ ਦੀ ਗੱਲ ਹੀ ਸੀ, ਉਹਨਾਂ ਦੇ ਹੱਕ ਦਿਵਾਉਣ ਦੀ ਗੱਲ ਹੀ ਕਰਦੀ ਸੀ, ਪਰ ਕਿਸ ਚੀਜ਼ ਦੀ ਘਾਟ ਤੁਹਾਨੂੰ ਲੱਗਦੀ ਸੀ ਵੀ ਕਿਉਂ ਨਹੀਂ ਸਫਲ ਹੋ ਸਕਿਆ? ਉਹਨਾਂ ਨੂੰ ਇਮੀਡੀਏਟ ਪੈਸੇ ਮਿਲਦੇ ਠੇਕੇਦਾਰਾਂ ਤੋਂ। ਅਸੀਂ ਯੂਨੀਅਨ ਕੋਲ ਠੇਕਾ ਨਹੀਂ ਸੀ ਕੋਈ, ਅਸੀਂ ਇਮੀਡੀਏਟ ਪੈਸੇ ਨਹੀਂ ਸੀ ਦੇ ਸਕਦੇ ਉਹਨਾਂ ਨੂੰ। ਜੀ, ਉਹਨਾਂ ਦੀ ਵੱਡੀ ਲੋੜ ਸੀ ਅਸੀਂ ਇਹਦੇ ਪੈਸੇ ਮੋੜ ਦਈਏ, ਜੀ, ਜਵਾਕਾਂ ਦੇ ਭਾਰ ਨਾ ਪਈਏ। ਅਤੇ ਅਸੀਂ ਗੱਲਾਂ ਵੀ ਕੀਤੀਆਂ ਉਹਨਾਂ ਨਾਲ। ਉਹ ਕਹਿੰਦੇ ਬੱਚਿਆਂ ਦੇ ਭਾਰ ਨਹੀਂ ਪਾਉਣਾ ਚਾਹੁੰਦੇ। ਫਿਰ ਉਹ ਕਹਿੰਦੇ ਜਿੰਨੇ ਮਿਲਦੇ ਆ ਉਨੇ ਠੀਕ ਹੈ, ਕੁਛ ਤਾਂ ਫਾਇਦਾ ਹੋਊਗਾ। ਜੀ, ਅਤੇ ਇੱਕ ਉਹਨਾਂ ਨੂੰ ਘਰ ਬੈਠਣਾ ਔਖਾ ਲੱਗਦਾ ਸੀ, ਕਿ ਉਹ ਬਾਹਰ ਹੀ ਰਹਿੰਦੇ ਸੀਗੇ ਪੰਜਾਬ ਦੇ ਵਿੱਚ। ਜੀ, ਫਿਰ ਹੁਣ ਜੇ ਘਰੇ ਬੈਠੇ ਉਹ ਸ਼ੀਸ਼ਿਆਂ ਦੀ ਜੇਲ੍ਹ ਕਹਿੰਦੇ ਸੀਗੇ, ਜੀ, ਸ਼ੀਸ਼ਿਆਂ ਦੀ ਜੇਲ੍ਹ 'ਚ ਬੈਠੇ ਹਾਂ ਅਸੀਂ। ਇਹ ਤੋਂ ਬਾਅਦ ਅਸੀਂ ਬਾਹਰ ਜਾਈਏ, ਲੋਕਾਂ ਨਾਲ ਗੱਲਾਂ ਕਰਾਂਗੇ, ਸਾਡਾ ਜੀ ਲੱਗੂਗਾ। ਜੀ, ਫਿਰ ਕਈ ਗੱਲਾਂ ਹੋ ਗਈਆਂ। ਇੱਕ ਤਾਂ ਲੋਕਾਂ ਨਾਲ ਗੱਲਾਂ ਕਰਨੀਆਂ ਜੀ ਲੱਗਦਾ ਸੀ, ਇੱਕ ਦੂਜੇ ਦੀਆਂ ਗੱਲਾਂ ਕਰਨੀਆਂ, ਦੇਸ਼ ਦੀਆਂ ਗੱਲਾਂ ਕਰਨੀਆਂ। ਜੀ, ਪਰ ਉਹ ਯੂਨੀਅਨ ਵਿੱਚ ਇੰਟਰਸਟ ਘੱਟ ਗਿਆ ਉਹਨਾਂ ਦਾ। ਜੀ। ਹੁਣ ਤੁਸੀਂ ਲਗਭਗ 40 ਸਾਲ ਤੋਂ ਵੀ ਜ਼ਿਆਦਾ ਮਤਲਬ ਇਸ ਪਾਸੇ ਕੰਮ ਕੀਤਾ। 2020 ਹੋ ਗਿਆ, 1978 ਦੇ ਤੁਸੀਂ ਲੱਗੇ ਹੋਏ, ਉਸ ਤੋਂ 2 ਸਾਲ ਪਹਿਲਾਂ ਦੇ। ਅਤੇ ਕੀ ਜਦੋਂ ਹੁਣ ਪਿੱਛੇ ਨੂੰ ਦੇਖਦੇ ਆ ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ? ਕਿ ਤੁਸੀਂ ਸੰਤੁਸ਼ਟ ਹੋ ਆਪਣੇ ਕੰਮ ਤੋਂ? ਅਸੀਂ ਰਿਗਰੈਟ ਤਾਂ ਕੋਈ ਹੈ ਨਹੀਂ ਗਾ, ਜੋ ਕੋਈ ਕੰਮ ਕੀਤਾ ਕੋਈ ਫਾਇਦਾ ਤਾਂ ਹੋਇਆ। ਜੀ, ਪਰ ਇੰਨਾ ਰਿਗਰੈਟ ਜ਼ਰੂਰ ਆ ਵੀ ਸਾਨੂੰ ਜਿਹੜੇ ਫਾਰਮ ਵਰਕਰ ਸੀ, ਜੀ, ਉਹ ਲੰਬੀ ਸੀ ਸੋਚਦੇ। ਜੀ, ਉਹ ਅੱਜ ਦੀ ਸੋਚਦੇ ਸੀ ਸਾਨੂੰ ਪੈਸੇ ਮਿਲਦੇ ਆ ਇੰਨੇ ਕੁ ਬਹੁਤ ਨੇ ਸਾਨੂੰ। ਜੀ, ਅਤੇ ਯੂਨੀਅਨ ਜਦੋਂ ਬਣੀ, ਯੂਨੀਅਨ ਠੇਕੇ ਲਏ, ਜੋ ਪੈਸੇ ਖਬਰ ਕਦੋਂ ਯੂਨੀਅਨ ਨੇ ਬਣਨਾ। ਜੀ, ਅਤੇ ਯੂਨੀਅਨ ਨੂੰ ਫਿਰ ਪ੍ਰਚਾਰ ਠੇਕੇਦਾਰ, ਅਸੀਂ ਤਾਂ 3-4 ਜਣੇ ਸੀਗੇ, ਠੇਕੇਦਾਰ 100 ਦੇ 90-100 ਠੇਕੇਦਾਰ ਹੋ ਗਏ। ਜੀ, ਉਹ ਪ੍ਰਚਾਰ ਉਲਟ ਕਰਨ ਲੱਗੇ, ਜੀ, ਯੂਨੀਅਨ ਨਾਲ ਜਾਓ। ਜੇ ਯੂਨੀਅਨ ਦਾ ਮੈਂਬਰ ਬਣਦਾ ਸੀ, ਉਹਨੂੰ ਫਿਰ ਠੇਕੇਦਾਰ ਚੱਕਰੋਂ ਹਟ ਜਾਂਦੇ ਸੀ। ਅੱਛਾ ਜੀ।
ਅਤੇ ਉਹ ਵਿਚਾਰਾ ਜੋਬ ਨਹੀਂ ਸੀ ਮਿਲਦੀ ਉਹਨੂੰ। ਹੂੰ ਇਸ ਕਰਕੇ ਉਹਨਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਵੀ ਯੂਨੀਅਨ ਨਾ ਬਣੇ, ਜੀ ਅਤੇ ਫਿਰ ਉਹਨਾਂ ਦੀ ਕੋਸ਼ਿਸ਼ਾਂ ਕਾਮਯਾਬ ਹੋ ਗਈਆਂ। ਜੀ ਅਸੀਂ ਪ੍ਰਚਾਰ ਘੱਟ ਕਰ ਸਕੇ ਸੀ। ਸਾਡੇ ਤੋਂ ਗੁਰਦੁਆਰੇ 'ਚ ਲੀਫਲੈਟ ਨਹੀਂ ਸੀ ਬਣ ਦਿੰਦੇ। ਜੀ ਗੁਰਦੁਆਰੇ 'ਚ ਜਿਹੜੇ ਪ੍ਰਧਾਨ ਸੀ ਠੇਕੇਦਾਰ, ਉਹ ਸਾਨੂੰ ਜਿਵੇਂ ਰੌਕ ਸਟਰੀਟ ਦੇ ਪ੍ਰਧਾਨ ਸੀ ਇੱਕ ਠੇਕੇਦਾਰ, ਉੱਥੇ ਅਸੀਂ ਗੁਰਦੇਵ ਠੇਕੇਦਾਰ ਸੀ ਮੇਰਾ ਖਿਆਲ ਹੈ, ਪੇਪਰ ਵੰਡਣ ਗਏ, ਉਹ ਕਹਿੰਦੇ ਤੁਸੀਂ ਇੱਥੇ ਪੇਪਰ ਨਹੀਂ ਵੰਡ ਸਕਦੇ, ਅਤੇ ਸਾਨੂੰ ਬਾਹਰ ਕੱਢਤਾ। ਅੱਛਾ ਜੀ। ਸੋ ਇਹ ਜਿਹੀਆਂ ਗੱਲਾਂ ਹੁੰਦੀਆਂ ਰਹੀਆਂ, ਧੱਕੇ ਹੁੰਦੇ ਰਹੇ, ਸਾਨੂੰ ਗਾਲਾਂ ਦਬੁੱਚੇ ਸਾਨੂੰ ਵੀ ਮਿਲਦੀਆਂ ਰਹੀਆਂ, ਜੀ ਅਤੇ ਬਹੁਤ ਬਰਖਲਾਫ ਹੋ ਗਏ ਲੋਕ ਸਾਡੇ, ਜੀ ਠੇਕੇਦਾਰ ਬਰਖਲਾਫ ਹੋ ਗਏ, ਸਾਡੇ ਰਿਸ਼ਤੇਦਾਰ ਹੀ ਕਈ ਠੇਕੇਦਾਰ ਸੀ, ਜੀ ਕਈ ਫਾਰਮਰ ਠੇਕੇਦਾਰ ਸੀ, ਕਈ ਗੁੱਸੇ ਹੋਏ ਸਾਡੇ ਨਾਲ। ਅਸੀਂ ਕਿਹਾ ਵੀ ਚਲੋ ਗੁੱਸੇ ਹੋਈ ਜਾਓ, ਇਸ ਤਰ੍ਹਾਂ ਦਾ ਕੰਮ ਕਰਨਾ ਹੈ। ਜੀ ਅਖੀਰ ਨੂੰ ਅਸੀਂ ਕੰਮ ਛੱਡ ਗਏ ਜੀ ਵੀ ਨਹੀਂ, ਸਾਤੋਂ ਯੂਨੀਅਨ ਨਹੀਂ ਬਣਦੀ, ਵੀ ਯੂਨੀਅਨ ਦੀ ਐਡਵੋਕੇਸੀ ਜ਼ਰੂਰ ਕਰੋ, ਜੀ ਰੌਲਾ ਪਾਓ, ਜੀ ਪਰ ਇਹ ਲੋਕ ਡਰਦੇ ਨੇ, ਮੈਂਬਰ ਨਹੀਂ ਬਣਦੇ। ਜੀ $5 ਦੇ ਕੀ ਹੈ, ਕੁਛ ਵੀ ਨਹੀਂ ਬਣਦਾ। ਫੋਨ ਵੀ ਯੂਨੀਅਨ ਦਾ ਕਿਰਾਇਆ ਆਪਦੇ ਕੋਲੋਂ ਦਿੰਦੇ ਸੀਗੇ। ਬੜੀਆਂ ਮੁਸ਼ਕਿਲਾਂ ਆਈਆਂ, ਅਤੇ ਐਵੇਂ ਹੋਇਆ ਕੈਲੀਫੋਰਨੀਆ ਵਿੱਚ ਯੂਨੀਅਨ ਬਹੁਤ ਥੋੜ੍ਹੀ ਹੈ, ਜੀ ਉਹ ਵੀ ਤੋੜ ਦਿੱਤੀ। ਜੀ ਕਿਉਂ? ਜਿਹੜੇ ਫਾਰਮ ਵਰਕਰ ਨੇ ਉਹ ਹਮੇਸ਼ਾ ਉਹੀ ਨਹੀਂ ਆਉਂਦੇ, ਜੀ ਬਦਲ ਕੇ ਆਉਂਦੇ ਆ। ਜੀ ਜਿਹੜੇ ਬਾਹਰੋਂ ਆਉਂਦੇ ਆ ਉਹ ਵੀ ਬਦਲ ਕੇ ਆਉਂਦੇ ਆ। ਜੀ ਹੁਣ ਇਮੀਗ੍ਰੈਂਟ ਫਾਰਮ ਵਰਕਰ ਆਉਂਦੇ ਆ ਜਿਹੜੇ ਮੈਕਸੀਕੋ ਤੋਂ, ਉਹ ਵੀ ਬਦਲ ਕੇ ਆਉਂਦੇ ਆ। ਜੀ ਉਹਨਾਂ ਨੂੰ ਥਾਂ ਦੇ ਦਿੰਦੇ ਆਪਣੇ ਬੰਦੇ। ਹੁਣ ਜੀ ਉਹ ਪੱਕੇ ਰੱਖੇ ਹੈਗੇ, ਕਈ ਚੰਗਾ ਟਰੀਟ ਕਰਦੇ, ਉਹਨਾਂ ਕੋਲ ਆਈ ਜਾਂਦੇ ਆ। ਜੀ ਜਿਹੜੇ ਨਹੀਂ ਟਰੀਟ ਕਰਦੇ, ਉਹਨਾਂ ਕੋਲ ਨਹੀਂ ਆਉਂਦੇ, ਉਹ ਜੀ ਉਹਨਾਂ ਨੂੰ ਮੁਸ਼ਕਲਾਂ ਪੇਸ਼ ਆਉਂਦੀਆਂ ਨੇ। ਮਤਲਬ ਹੁਣ ਫਾਰਮਰਸ ਦੀ ਵੀ ਲੋੜ ਬਣ ਗਈ ਹੈ ਵੀ ਜੇ ਚੰਗਾ ਟਰੀਟ ਕਰਾਂਗੇ ਤਾਂ ਸਾਡੇ ਕੋਲ ਕੰਮ ਕਰਨ ਆਉਣਗੇ। ਦੈਟਸ ਰਾਈਟ। ਜੀ ਜੀ ਖਾਸ ਕਰਕੇ ਮੈਕਸੀਕਨ ਵਰਕਰ, ਜੀ ਇਮੀਗ੍ਰੈਂਟ ਵਰਕਰ ਬਹੁਤ ਜ਼ਿਆਦਾ ਨੇ, ਮੈਕਸੀਕੋ ਤੋਂ ਆਉਂਦੇ ਨੇ ਅਤੇ ਹੋਰਾਂ ਕਈ ਮੁਲਕਾਂ ਤੋਂ ਆਉਂਦੇ ਨੇ, ਜੀ ਅਤੇ ਜ਼ਿਆਦਾ ਮੈਕਸੀਕਨ ਨੇ। ਜੀ ਕਈ ਵਾਰੀ ਹੋਰ ਜਿਹੜੇ ਛੋਟੇ ਘੱਟ ਅੱਛਾ, ਤੁਸੀਂ ਹੁਣ ਜਿੰਨੀਆਂ ਮੁਸ਼ਕਲਾਂ ਗਣਾਈਆਂ ਉਹਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਮੁਸ਼ਕਲਾਂ ਸੀ ਕਿ ਜਿਵੇਂ ਬੱਚਿਆਂ ਨਾਲ ਉੱਥੇ ਹੁੰਦਾ ਸੀ, ਬੱਚਿਆਂ ਦੀ ਮੌਤ ਵੀ ਹੋਈ, ਫਿਰ ਥੱਲੇ ਤੁਸੀਂ ਕੰਮ ਕਰ ਰਹੇ ਹੋ ਤਾਂ ਤੁਹਾਡੇ ਉੱਤੇ ਸਪਰੇਅ ਹੋ ਰਹੀ ਹੈ, ਕੀਟਨਾਸ਼ਕ ਦੀ ਸਪਰੇਅ ਹੋ ਰਹੀ ਆ। ਜਦੋਂ ਇੱਦਾਂ ਦੀਆਂ ਹੁੰਦੀਆਂ ਸੀ ਤਾਂ ਇਹ ਸਰਕਾਰ ਦੀ ਨਜ਼ਰ 'ਚ ਆਪਣੇ ਆਪ ਨਹੀਂ ਇੱਦਾਂ ਦੀਆਂ ਗੱਲਾਂ ਆ ਰਹੀਆਂ ਸੀ? ਉਸ ਵਕਤ ਸਰਕਾਰ ਦਾ ਕੀ ਰੋਲ ਸੀ ਇਹ 'ਚ? ਸਰਕਾਰ ਤਾਂ ਬਿਲਕੁਲ ਰੋਲ ਮਾੜਾ ਸੀਗਾ। ਜੀ ਲਿਬਰਲ ਸਰਕਾਰ ਸੀਗੀ। ਉਹ ਤਾਂ ਫਾਰਮ ਵਰਕਰ ਦਾ ਸਟੇਟਸ ਨਹੀਂ ਦੇਣਾ ਮੰਗਦੇ, ਵਰਕਰ ਦਾ ਸਟੇਟਸ ਨਹੀਂ ਦੇਣਾ ਮੰਗਦੇ ਸੀ। ਜੀ ਜੋ NDPI, ਉਹਨਾਂ ਨੇ ਸਾਨੂੰ ਸਟੇਟਸ ਦਿੱਤਾ ਜੀ ਵਰਕਰ ਦਾ, ਫਾਰਮ ਵਰਕਰਾਂ ਨੂੰ, ਜੀ ਵੀ ਤੁਸੀਂ ਯੂਨੀਅਨ ਬਣਾ ਸਕਦੇ ਹੋ। ਉਹਨਾਂ ਨੇ ਜਦੋਂ ਕੁਛ ਤੁਹਾਡੇ ਕੋਲ ਸਟੇਟਸ ਹੀ ਨਹੀਂ, ਵਰਕਰ ਹੀ ਨਹੀਂ, ਤੁਸੀਂ ਜੀ ਤੁਹਾਨੂੰ ਵਰਕਰ ਮੰਨਦੇ ਹੀ ਨਹੀਂ, ਜੀ ਸਾਨੂੰ ਤਾਂ ਗੁਲਾਮ ਮੰਨਦੇ ਸੀ ਵੀ ਇਹ ਗੁਲਾਮ ਨੇ, ਤੁਰੇ ਫਿਰਦੇ ਨੇ ਫਾਰਮਾਂ 'ਚ। ਜੀ ਅਤੇ ਇਹ ਹਾਲਾਤ ਸੀਗੇ। ਅੱਗੇ ਨੂੰ ਹਾਲਾਤ ਸੁਧਰੇ ਹੋਏ ਆ ਕੁਛ, ਕਿ ਫਾਰਮ ਵਰਕਰਾਂ ਦੀ ਲੋੜ ਜ਼ਿਆਦਾ ਹੋ ਗਈ, ਫਾਰਮ ਵਰਕਰ ਘਟ ਗਏ ਨੇ। ਜੀ ਛੋਟੇ ਫਾਰਮਰ ਉਹਨਾਂ ਦੀ ਬੜੀ ਮਾਣ ਆਦਰ ਕਰਦੇ ਨੇ। ਜੀ ਵੱਡੇ ਫਾਰਮਰ ਤਾਂ ਅਜੇ ਵੀ ਮਸ਼ੀਨਾਂ ਨਾਲ ਤੋੜੀ ਜਾਂਦੇ ਨੇ। ਜੀ ਘਟ ਗਏ, ਕਿਤੇ 20-22 ਹਜ਼ਾਰ ਵਰਕਰ ਫਾਰਮਾਂ 'ਚ ਬੰਦੇ ਜਾਂਦੇ ਸੀ, ਜੀ ਹੁਣ ਸਿਰਫ 5-6 ਹਜ਼ਾਰ ਹੈਗੇ, 4-5 ਹਜ਼ਾਰ, ਜੀ ਇੰਨੇ ਕੀ ਰਹਿ ਗਏ। ਜੀ ਅਜੇ ਵੀ ਕੰਮ ਚੱਲੀ ਜਾਂਦਾ, ਜੀ ਪਰ ਯੂਨੀਅਨ ਨਹੀਂ ਬਣ ਸਕਦੀ ਫਾਰਮ ਵਰਕਰ 'ਚ, ਬਹੁਤ ਮੁਸ਼ਕਿਲ ਹੈ। ਹੁਣ ਤਾਂ ਹੋਰ ਵੀ ਮੁਸ਼ਕਿਲ ਹੈ ਕਿਉਂ? ਬਦਲਦੇ ਰਹਿੰਦੇ ਆ। ਜੀ ਨਵੇਂ ਜਿਹੜੇ ਚੰਗੇ ਬੰਦੇ ਸੀਗੇ, ਹੂੰ ਜਿਹਨਾਂ ਨੂੰ ਸੁਰਤ ਸੀਗੀ, ਜਿਹਨੂੰ ਯੂਨੀਅਨ ਦੀ ਮਾੜੀ ਮੋਟੀ, ਜੀ ਉਹ ਆਪਦਾ ਮਾੜੀ ਜਿਹੀ ਅੰਗਰੇਜ਼ੀ ਸਿੱਖ ਕੇ ਸਾਲ 2 ਸਾਲ ਬਾਅਦ ਜੀ ਹੋਰ ਥਾਂ ਚਲੇ ਜਾਂਦੇ ਆ। ਜੀ ਸਿਕਿਉਰਿਟੀ ਗਾਰਡ ਚਲੇ ਗਏ, ਜੀ ਜਾਂ ਹੋਰ ਥਾਂ ਨੌਕਰੀ ਲੈ ਲਈ। ਜੀ ਉਹ ਇਸ ਕਰਕੇ ਜਿਹੜੇ ਬਜ਼ੁਰਗ ਸੀਗੇ 70 ਸਾਲ ਤੋਂ ਉੱਪਰ, ਜੀ ਉਹੀ ਰਹਿ ਗਏ, ਜਾਂ ਵਿਜ਼ਟਰ ਰਹਿ ਗਏ, ਜਾਂ ਹੁਣ ਸਟੂਡੈਂਟ ਰਹਿ ਗਏ, ਜੀ ਜਿਹੜੇ ਫਾਰਮਾਂ 'ਚ ਕੰਮ ਕਰਦੇ ਆ। ਜੀ ਸੋ ਅਜੇ ਵੀ ਲੁੱਟ ਖਸੁੱਟ ਹੁੰਦੇ, ਸਟੂਡੈਂਟ ਨੂੰ ਬਈ ਘੱਟ ਪੈਸੇ ਦਿੰਦੇ ਆ, ਜੀ ਅਜੇ ਵੀ ਉਹਨਾਂ ਨਾਲ ਲੁੱਟ ਖਸੁੱਟ ਹੁੰਦੀ। ਕੰਮ ਲੋਡ ਘੰਟੇ ਜ਼ਿਆਦਾ ਕਰਾਉਂਦੇ ਆ, ਕੰਮ ਘੱਟ ਦਿੰਦੇ ਆ। ਜੀ ਹੁਣ ਵੀ ਜਿਵੇਂ ਤਾਂ ਤੁਸੀਂ ਕਿਹਾ ਸੀ ਕਿ ਜੇ ਪੀਸ ਵਰਕ 'ਤੇ ਹੁੰਦਾ, ਜਿੱਥੇ ਮੇਰੇ ਖਿਆਲ ਨਾਲ ਬਹੁਤੀ ਚੰਗੀ ਨਹੀਂ ਹੁੰਦੀ, ਉੱਥੇ ਸ਼ਾਇਦ ਹੱਲੇ ਵੀ ਮਿਨੀਮਮ ਵੇਜ ਦੇ ਜਿੰਨੇ ਪੈਸੇ ਤਾਂ ਹੱਲੇ ਵੀ ਨਹੀਂ ਉੱਥੇ ਬਣਦੇ ਹੋਣੇ। ਨਹੀਂ ਬਣਦਾ, ਜੀ ਬਿਲਕੁਲ ਨਹੀਂ ਜੀ। ਬਣਦਾ, ਅੱਧੇ ਵੀ ਨਹੀਂ ਬਣਦੇ ਮਿਨੀਮਮ ਵੇਜ ਤੋਂ। ਜੀ ਜ਼ਿਆਦਾ ਤੋਂ ਜ਼ਿਆਦਾ $5-6, ਉਹ ਮਿਨੀਮਮ ਵੇਜ $15 ਹੋ ਗਿਆ, ਜੀ 6 ਜਾਂ $7 ਘੰਟੇ ਦੇ ਬਣਦੇ ਆ, ਜੀ ਜ਼ੋਰ ਲਾ ਕੇ ਜੀ ਪੀਸ ਰੇਟ 'ਤੇ। ਸੋ ਆਪਾਂ ਜਿੰਨੀ ਕੁ ਹੁਣ ਤੱਕ ਗੱਲ ਕੀਤੀ, ਮੇਰੇ ਸਮਝ ਇਹ ਗੱਲ ਆਈ ਕਿ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਨੂੰ
ਕਿਸੇ ਹੋਰ ਰੰਗ ਜਾਂ ਹੋਰ ਮੁਲਕ ਦੇ ਲੋਕਾਂ ਨਾਲ, ਬਲਕਿ ਇਹ ਸੀ ਕਿ ਇੱਕ ਵਰਕਰਾਂ ਤੇ ਮਾਲਕਾਂ ਦੇ ਵਿਚਕਾਰ ਵਾਲੀ ਜਿਹੜੀ ਇਹ ਕੰਮ ਸੀ, ਚਾਹੇ ਉਹ ਕਿਸੇ ਵੀ ਮੂਲ ਦੇ ਹੋਣ, ਪੰਜਾਬੀ ਹੋਣ, ਗੋਰੇ ਹੋਣ, ਮਤਲਬ ਕਿ ਇਹ ਵਰਕਰਾਂ ਦੀ ਇੱਕ ਜਿਹੜੀ ਜਮਾਤ ਦੀ ਗੱਲ ਸੀ, ਜਿਹੜਾ ਸੰਘਰਸ਼ ਚੱਲ ਰਿਹਾ ਸੀ। ਵਰਕਰ ਦੀ ਸਾਡੇ ਆਪਦੇ ਬੰਦੇ ਜਿਹੜੇ ਸਿਆਣੇ ਸੀ ਜੀ ਜਿਹਨਾਂ ਨੂੰ ਮਾੜੀ ਮੋਟੀ ਅੰਗਰੇਜ਼ੀ ਦੀ ਬਹਿਨਾ ਪਾ ਕੇ ਉਹਨਾਂ ਨੇ ਲੁੱਟ ਖਸੁੱਟ ਬਹੁਤ ਮਚਾਈ। ਜੀ ਸਾਡੇ ਆਪਦੇ ਗੋਰੇ ਅਜੇ ਘੱਟ ਕਰਦੇ ਸੀਗੇ, ਜੀ ਸਾਡੇ ਬੰਦਿਆਂ ਨੇ ਲੁੱਟ ਖਸੁੱਟ ਜ਼ਿਆਦਾ ਮਚਾਈ ਸੀ ਜੀ ਤੇ ਇਸ ਕਰਕੇ ਯੂਨੀਅਨ ਦਾ ਰੌਲਾ ਪਾਇਆ। ਜੀ ਤੇ ਪਰ ਉਹ ਬਹੁਤ ਬੰਦੇ ਸੀਗੇ ਜੇ ਪ੍ਰਚਾਰ ਉਲਟ ਕਰਦੇ ਸੀਗੇ ਜੀ ਵੀ ਯੂਨੀਅਨ ਵਾਲੇ ਪੈਸੇ ਖਾ ਜਾਣਗੇ, ਤੁਹਾਨੂੰ ਕੋਈ ਨਹੀਂ ਮਿਲਣਾ ਕੋਈ ਪੈਸਾ। ਜੀ ਇਸ ਕਰਕੇ ਯੂਨੀਅਨ ਦੇ ਵਰਕਰ ਵੀ ਮੈਂਬਰਸ਼ਿਪ ਘਟ ਗਈ। ਜੀ ਤੇ ਮੈਂਬਰਸ਼ਿਪ ਘਟ ਗਈ, ਉਹ 20-25 ਰਹਿ ਗਏ ਜਾਂ 40 ਰਹਿ ਗਏ, ਜੀ ਕਿਤੇ 1000-1500 ਮੈਂਬਰ ਹੁੰਦੇ ਸੀਗੇ। ਜੀ ਫਿਰ ਸਾਡਾ ਵੀ ਹੌਸਲੇ ਟੁੱਟ ਗਏ। ਜੀ ਜਿਹੜੇ ਬੰਦੇ ਕੰਮ ਕਰਦੇ ਸੀ ਉਹਨਾਂ ਨੂੰ ਨੌਕਰੀ ਹੈ ਨਹੀਂ ਸੀਗੀਆਂ, ਜੀ ਉਹ ਫਿਰ ਬਾਹਰ ਨੌਕਰੀਆਂ ਲੈ ਲਈਆਂ। ਜੀ ਇਹ ਸੀ ਵੀ ਉਹਨਾਂ ਨੂੰ ਨੌਕਰੀ ਨਹੀਂ ਸੀ ਮਿਲਦੀ, ਜੀ ਪਰ ਉਹਨਾਂ ਨੂੰ ਦਿਲਚਸਪੀ ਸੀ ਜੀ ਵੀ ਇੱਥੇ ਆਪਾਂ ਕੰਮ ਕਰੀਏ। ਮੇਰੇ ਕੋਲ ਇਕੱਲੀ ਨੌਕਰੀ ਸੀਗੀ ਅਤੇ ਮੈਂ ਇਕੱਲਾ ਹੀ ਰਹਿ ਗਿਆ। ਫਿਰ ਜੀ ਉਹ ਇਕੱਲਾ ਰਹਿ ਗਿਆ ਤਾਂ ਆਪੋ ਆਪਣੇ ਚਲੇ ਗਏ ਨੌਕਰੀਆਂ 'ਤੇ। ਜੀ ਮੇਰੇ ਨਾਲ 40-50 ਬੰਦੇ ਸੀਗੇ, ਜੀ ਉਹ ਪੱਕੇ ਸੀਗੇ, ਜੀ ਉਹ ਨਾਲ ਹੀ ਰਹੇ ਨੇ। ਅੱਛਾ ਜੀ। ਜਿਉਂ ਫਿਰ ਹਾਰ ਕੇ ਹੁਣ ਉਹ ਸਰਕਲ ਜਿਹੜਾ ਸੀਗਾ ਉਹ ਹੈ ਤੁਹਾਡੇ ਟੱਚ ਵਿੱਚ ਹੁਣ ਵੀ? ਗੱਲਬਾਤ ਹੁੰਦੀ ਪੁਰਾਣੀਆਂ ਜ਼ਮਾਨੇ ਦੀ ਜੋ ਸੰਘਰਸ਼ ਕੀਤਾ ਤਾਂ ਲੰਬਾ ਇਕੱਠੇ ਤਾਂ ਹੁੰਦੇ ਆ ਜੀ, ਪਰ ਉਹ ਗੱਲ ਨਹੀਂ, ਜੀ ਹੌਸਲੇ ਬੁਲੰਦ ਨਹੀਂ ਹੈਗੇ। ਜੀ ਉਹ ਹੌਸਲੇ ਢਿੱਲੇ ਹੋ ਗਏ ਵੀ ਇਹ ਨਹੀਂ ਕੰਮ ਹੋ ਸਕਦਾ। ਜੀ ਪਰ ਜ਼ਿਆਦਾ ਤਾਜ਼ਾ ਕਰਦੇ ਹੋਣਗੇ। ਲੋਕਾਂ ਨੇ ਸਾਥ ਘੱਟ ਦਿੱਤਾ। ਜੀ ਲੋਕ ਇਮੀਡੀਏਟ ਪੈਸੇ ਮੰਗਦੇ ਸੀ ਰਾਈਟ ਅਵੇ। ਜੀ ਪੈਸਾ ਉਹ ਤਾਂ ਜਦੋਂ ਫਾਰਮ ਉੱਤੇ ਸੀ ਏਅਰਪੋਰਟ ਤੋਂ ਉਤਰਦੇ ਸੀ ਉਦੋਂ ਉਹਨੂੰ ਲੈ ਜਾਂਦੇ ਵਾਪਸ। ਜੀ ਉਹ ਉਹਨਾਂ ਨੂੰ ਕਹਿੰਦੇ ਦੇਖ ਤੁਹਾਨੂੰ ਸੁਪਰਡੈਂਟ ਪੁਲਿਸ ਦੇ ਪੈਸੇ ਮਿਲਦੇ ਆ, ਜਿਹੜੇ ਉਹ ਪੈਸੇ ਦਿੰਦੇ ਸੀ ਮਾੜੇ ਮੋਟੇ, ਜੀ ਉਹਨੂੰ ਉਲਟਾ ਕਰਕੇ ਰੁਪਈਆਂ 'ਚ ਦੱਸਦੇ ਸੀ ਤੁਹਾਨੂੰ ਇੰਨੇ ਰੁਪਈਏ ਬਣ ਗਏ। ਮਤਲਬ ਭਾਰਤ ਦੀ ਕਰੰਸੀ ਦੇ ਹਿਸਾਬ ਨਾਲ। ਭਾਰਤ ਦੀ ਕਰੰਸੀ ਨਾਲ ਜੀ ਲੋਕ ਬੜੇ ਖੁਸ਼ ਵੀ ਸਾਨੂੰ ਤਾਂ ਇੰਨੇ ਪੈਸੇ ਮਿਲਦੇ ਨੇ। ਜੀ ਉਹਨਾਂ ਨੂੰ ਭੁਲੇਖੇ ਪਾ ਕੇ ਵੀ ਤੁਹਾਨੂੰ ਤਾਂ ਇੰਨੇ ਰੁਪਈਏ ਮਿਲਦੇ ਨੇ, ਉਹ ਤਾਂ DC ਨੂੰ ਨਹੀਂ ਇੰਨੇ ਮਿਲਦੇ ਉੱਥੇ। ਜੀ ਉਹ ਬੜੇ ਖੁਸ਼ ਹੋ ਕਹਿੰਦੇ ਬਾਕੀ ਠੀਕ ਹੈ ਗੱਲ। ਜੀ ਪਰ ਉਹਨਾਂ ਨੂੰ ਪਤਾ ਵੀ ਖਰਚਾ ਗਰੋਸਰੀ ਦਾ ਦੇਣਾ ਡਾਲਿਆਂ 'ਚ ਹੀ, ਜੀ ਰੁਪਈਆਂ 'ਚ ਨਹੀਂ ਹੁੰਦਾ। ਜੀ ਪਰ ਨਹੀਂ, ਜੀ ਕੰਮ ਨਹੀਂ ਚੱਲਿਆ ਜੀ ਸਾਥੋਂ, ਕੰਮ ਪੂਰਾ ਨਹੀਂ ਹੋਇਆ, ਪ੍ਰਚਾਰ ਨਹੀਂ ਪੂਰਾ ਹੋਇਆ। ਜੀ ਪਰ ਫਿਰ ਵੀ ਤੁਸੀਂ ਆਪਣਾ ਤਾਂ ਮੇਰੇ ਖਿਆਲ ਨਾਲ ਪੂਰਾ ਜ਼ੋਰ ਲਾਇਆ। ਉਹ ਤਾਂ ਚਲੋ ਮਤਲਬ 5-6 ਸਾਲ ਪੂਰਾ ਜ਼ੋਰ ਲੱਗਿਆ ਲੋਕਾਂ ਦਾ, ਜੀ ਸਾਡਾ ਸਾਰਾ ਯੂਨੀਅਨ ਜ਼ੋਰ ਲੱਗਾ ਬਹੁਤ। ਉਸ ਤੋਂ ਬਾਅਦ ਅੱਜ ਤੱਕ ਵੀ ਤੁਸੀਂ ਐਡਵੋਕੇਸੀ ਕਰ ਰਹੇ ਹੋ ਨਾ? ਅਜੇ ਵੀ ਕਰ ਰਹੇ ਹਾਂ, ਅਜੇ ਵੀ ਜੀ ਫਾਰਮ ਵਰਕਰਾਂ ਦੀ ਜੋ ਲੋੜ ਪੈਂਦੀ ਹੈ, ਜੀ ਰੌਲਾ ਪੈਂਦਾ, ਜੀ ਉਹਨੇ ਹੱਕਾਂ ਦੀ ਗੱਲ ਕਰੀ ਹੈ ਜੀ ਵੀ ਐਕਸਪਲੋਇਟ ਨਾ ਹੋਣ, ਜੀ ਉਹਨੇ ਹੱਕ ਪੂਰੇ ਮਿਲਣ, ਜੀ ਉਹਨੇ ਮਜ਼ਦੂਰੀ ਪੂਰੀ ਮਿਲੇ। ਜੀ ਅਜੇ ਵੀ ਅਸੀਂ ਇਹ ਗੱਲ ਦੀ ਰੌਲਾ ਪਾ ਸਕਦੇ ਹਾਂ। ਜੀ ਤੇ ਹੁਣ ਮੇਰੇ ਕੋਲ ਬੰਦੇ ਹੈ ਨਹੀਂ ਫਾਰਮ ਵਰਕਰਾਂ ਦੇ, ਜੀ ਮੈਂਬਰਸ਼ਿਪ ਘਟ ਗਈ ਹੈ। ਹੁਣ ਮੇਰਾ ਵੀ ਦਿਲ ਕਰਦਾ ਵੀ ਮੈਂ ਰਿਟਾਇਰ ਹੋ ਗਿਆ, ਹੁਣ ਇਹਨੂੰ ਬੰਦ ਕਰੀਏ ਪ੍ਰਚਾਰ ਨੂੰ। ਜੀ ਹੋ ਸਕਦਾ ਵੀ ਅਸੀਂ ਆਹ ਸਾਲ ਜਾਂ ਜੋ ਕਿਤਾਬ ਛਪ ਗਈ, ਜਿਹੜੀ ਮੈਂ ਕਿਤਾਬ ਇੱਕ ਗੋਰਾ ਛਾਪ ਰਿਹਾ, ਜੀ ਤੇ ਉਹ ਜਦੋਂ ਕਿਤਾਬ ਦੀ ਉਦਘਾਟਨ ਕੀਤਾ, ਜੀ ਉਹ ਇਹਦਾ ਵੀ ਦੂਜੇ ਪਾਸੇ ਇਹਦਾ ਕੀ ਕਹਿੰਦੇ ਹੁੰਦੇ ਭੋਗ ਪਾ ਦਿਆਂਗੇ। ਫਿਰ ਜੀ ਮਤਲਬ ਯੂਨੀਅਨ ਦੇ CFG ਦਾ ਭੋਗ ਪਾ ਦਿਆਂਗੇ। ਜੀ ਮੈਂ ਉਹ ਵੇਟ ਕਰ ਰਿਹਾ ਦਿਨ। ਜੀ ਹਾਂ। ਸੋ ਮੈਂ ਵੀ ਥੱਕ ਗਿਆ ਹੁਣ, ਜੀ ਮੈਂ ਆਪਦੀ ਰੈਸਟ ਕਰਨਾ ਮੰਗਦਾ। ਬਹੁਤ ਚਿਰ ਬਹੁਤ ਕੰਮ ਕੀਤਾ। ਜੀ ਸੋ ਬਹੁਤ ਅਹਿਮ ਜਿਹੜੀਆਂ ਗੱਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਇਤਿਹਾਸ ਦੇ ਪੰਨੇ 'ਚੋਂ। ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਸਮਾਂ ਦੇਣ ਲਈ। ਧੰਨਵਾਦ ਤੁਹਾਡਾ, ਜੀ ਆਇਆਂ ਨੂੰ। ਜੀ ਯਾਦਾਂ ਤਾਜ਼ੀਆਂ ਕਰਾਈਆਂ। ਜੀ ਜੀ ਸੋ ਇਹ ਸੀ ਸਾਡੇ ਨਾਲ ਚਰਨਪਾਲ ਸਿੰਘ ਗਿੱਲ, ਜਿਨ੍ਹਾਂ ਨੇ ਦੱਸਿਆ ਕਿ 1976 ਤੋਂ ਲੈ ਕੇ ਹੁਣ ਤੱਕ ਕਿਸ ਤਰ੍ਹਾਂ ਉਹ ਜਿਹੜੇ ਫਾਰਮਾਂ ਵਿੱਚ ਕੰਮ ਕਰਦੇ ਆ, ਕਾਮੇ ਉਹਨਾਂ ਲਈ ਸੰਘਰਸ਼ ਕਰ ਰਹੇ ਨੇ। ਹਾਲਾਂਕਿ ਉਹਨਾਂ ਨੇ ਦੱਸਿਆ ਕਿ ਸਾਥ ਜਿਹੜਾ ਵਾ ਉਹਨਾਂ ਨੂੰ ਉਸ ਤਰੀਕੇ ਦਾ ਨਹੀਂ ਮਿਲਿਆ ਜਿਸ ਤਰੀਕੇ ਦਾ ਉਹ ਕੰਮ ਕਰਨਾ ਚਾਹੁੰਦੇ ਸੀ, ਜੋ ਉਹਨਾਂ ਨੇ ਸੋਚਿਆ ਸੀ। ਪਰ ਫਿਰ ਵੀ ਬਹੁਤ ਸਾਰੇ ਕੰਮ ਜਿਹੜੇ ਆ ਉਹ ਕਰਵਾਉਣ ਦੇ ਵਿੱਚ ਕਾਮਯਾਬ ਰਹੇ। ਔਰ ਅੱਜ ਵੀ ਜਿਹੜਾ ਕਿਤੇ ਨਾ ਕਿਤੇ ਆਰਥਿਕ ਤੌਰ 'ਤੇ ਜਿਹੜਾ ਵਾ ਉਹ ਜਾਂ ਮਾਨਸਿਕ ਤੌਰ 'ਤੇ ਸ਼ੋਸ਼ਣ ਹੱਲੇ ਵੀ ਬਹੁਤ ਸਾਰੇ ਥਾਵਾਂ 'ਤੇ ਹੋ ਰਿਹਾ ਵਾ, ਜਿਨ੍ਹਾਂ ਦੀ ਹੱਲੇ ਵੀ ਉਹ ਸੋਚਦੇ ਨੇ ਕਿ ਆਵਾਜ਼ ਬੁਲੰਦ ਕਰਨ ਦੀ ਲੋੜ ਆ। ਸੋ ਇਸ ਤਰ੍ਹਾਂ ਜਿਹੜੀਆਂ ਹੋਰ ਕੋਈ ਜਿਹੜੀਆਂ ਪੁਰਾਣੀਆਂ ਗੱਲਾਂ ਆ ਇਸ ਤਰ੍ਹਾਂ ਦਾ ਇਤਿਹਾਸ ਦੇ ਪੰਨਿਆਂ 'ਚੋਂ, ਉਹਦੇ ਸੰਬੰਧੀ ਅਸੀਂ ਕੁਝ ਹੋਰ ਇਸ ਤਰ੍ਹਾਂ ਦੀਆਂ ਇੰਟਰਵਿਊਜ਼ ਕਰਾਂਗੇ ਤੇ ਤੁਹਾਡੇ ਅੱਗੇ ਪੇਸ਼ ਕਰਾਂਗੇ। ਸੋ ਦੇਖਣ ਲਈ ਤੁਸੀਂ ਜੁੜੇ ਰਹੋ TV ਪੰਜਾਬ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।